ਤੁਸੀਂ ਉਹਨਾਂ ਤਰਕ ਨਾਲ ਇਹ ਗੱਲ ਦੱਸੋ ਕਿ ਤੁਹਾਡਾ ਨੁਕਸਾਨ ਹੈ, ਤੁਹਾਡੀ ਆਉਣ ਵਾਲੀ ਪੁਸ਼ਤਾਂ ਦਾ ਨੁਕਸਾਨ ਹੈ, ਤੁਹਾਡੇ ਬੱਚਿਆਂ ਦਾ ਨੁਕਸਾਨ ਹੈ। ਤੁਸੀਂ ਜੇ ਆਪਸ ਵਿੱਚ ਕਿਸਾਨੀ ਅੰਦੋਲਨ ਵਿੱਚ ਸਿੱਖ ਕਾਮੜ ਕਰਕੇ ਲੜਦੇ ਰਹੇ। ਪਹਿਲੀ ਵਾਰ ਕਰਜ਼ਾਈ ਨਹੀਂ ਹੋਇਆ ਪੰਜਾਬ ਦਾ ਕਿਸਾਨ। 1925 ਦੀ ML ਡਾਰਲਿੰਗ ਦੀ ਕਿਤਾਬ ਹੈ ਜਿਹੜਾ ਕਹਿੰਦਾ ਸੀ ਕਿ ਪੰਜਾਬ ਦਾ ਕਿਸਾਨ ਕਰਜ਼ੇ 'ਚ ਜੰਮਦਾ, ਕਰਜ਼ੇ 'ਚ ਜਿਉਂਦਾ, ਕਰਜ਼ੇ 'ਚ ਮਰ ਜਾਂਦਾ। ਔਰ ਉਦੋਂ ਤੋਂ ਹੀ ਹੈ, ਪਰ ਉਹ ਸੁਈਸਾਈਡ ਨਹੀਂ ਸੀ ਕਰਦਾ, ਉਹ ਲੜਦਾ ਸੀ, ਲੜ ਕੇ ਕਾਨੂੰਨ ਬਦਲਵਾਉਂਦਾ ਸੀ। ਉਹ 97 ਤੋਂ ਬਾਅਦ ਇੰਨਾ ਨਿਰਾਸ਼ ਕਿਉਂ ਹੋ ਗਿਆ ਕਿ ਉਹ ਆਪਦੇ ਗਲ ਫਾਹਾ ਪਾਉਂਦਾ, ਸਲਫਾਸ ਖਾ ਜਾਂਦਾ। ਕੀ ਅਸੀਂ ਇਹ ਉਤਸ਼ਾਹ ਦਿੱਤਾ ਉਹਨੂੰ? ਜੇ ਤੁਹਾਨੂੰ ਇਤਰਾਜ਼ ਹਰਿਆਣੇ ਵਾਲੇ ਦਾ ਹੁੱਕੇ ਦਾ ਉੱਥੇ ਕੋਈ ਨਹੀਂ ਹੈ ਤੇ ਨਾਲ ਹੁੱਕਾ ਹੈ ਤੇ ਨਾਲ ਹੀ ਤੁਹਾਡੀ ਅਗਲੀ ਟਰਾਲੀ ਤੇ ਕੇਸਰੀ ਝੰਡਾ ਤੇ ਉਦੋਂ ਤੇ ਲਾਲ ਝੰਡਾ ਹੈ, ਤਾਂ ਫਿਰ ਬਾਕੀ ਇਤਰਾਜ਼ ਕਿਉਂ ਨੇ? ਇਹੀ ਇਸ ਅੰਦੋਲਨ ਦੀ ਖਾਸੀਅਤ ਸੀ ਕਿਉਂਕਿ ਉਹਦੇ 'ਚ ਏਕਤਾ ਦਿਖਾਈ ਦਿੰਦੀ ਹੈ ਉਸ ਪੱਧਰ ਦੇ ਉੱਤੇ। ਅੱਜ ਇਹ ਲੜ ਪੈਂਦੇ ਨੇ ਕਾਮੜ ਤੇ ਸਿੱਖ ਆਪਸ ਦੇ ਵਿੱਚ, ਤਾਂ ਲੱਗਦਾ ਕਿ ਪੰਜਾਬ ਨੂੰ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ। ਐਡੀਆਂ ਵੱਡੀਆਂ ਪ੍ਰਾਪਤੀਆਂ ਤੋਂ ਬਾਅਦ ਜੇਕਰ ਮੋਰਚਾ ਹਾਰਦਾ ਤਾਂ ਸਾਡੀ ਨਲਾਇਕੀ ਕਰਕੇ ਹਾਰੇਗਾ, ਤਾਂ ਉਹ ਸਾਡੀਆਂ ਫੁੱਟਾਂ ਕਰਕੇ ਹਾਰੇਗਾ, ਸਾਡੀਆਂ ਆਪਸੀ ਬਹੁਤ ਛੋਟੇਪਣ ਕਰਕੇ ਹਾਰੇਗਾ। ਇਹਦੇ ਤੋਂ ਉੱਪਰ ਉੱਠਣ ਦੀ ਲੋੜ ਹੈ। ਔਰ ਜੇ ਉਹ ਹਾਰ ਜਾਂਦਾ ਹੈ ਔਰ ਜੇ ਉਹੀ ਕਾਨੂੰਨ ਲਾਗੂ ਹੋ ਜਾਂਦੇ ਨੇ ਖੇਤੀ 'ਚ, ਸੁਈਸਾਈਡ ਇੰਨਾ ਵੱਡੇ ਰੇਟ ਤੇ ਵਧਣਾ ਹੈ ਪੰਜਾਬ ਦੇ ਵਿੱਚ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨ ਉਹਦਾ ਇੱਕ ਨਾਰਾ ਸੀ। ਕੀ ਉਹ ਮਾਨਸ ਦੇ ਵਿੱਚ ਫਿਰ ਸਿੱਖ ਜੇ ਕੋਈ ਖਾਲਿਸਤਾਨੀ ਕਹਿੰਦਾ, ਕਾਮਰੇਡ ਕਹਿੰਦਾ ਖਾਲਿਸਤਾਨੀ ਹੈ, ਇਹ ਨਹੀਂ। ਜੇ ਖਾਲਿਸਤਾਨੀ ਕਹਿੰਦਾ ਇਹ ਕਾਮਰੇਡ ਹੈ, ਇਹਦੇ ਨਾਲ ਨਹੀਂ ਕੁਝ। ਕੀ ਉਹ ਮਾਨਸ 'ਚੋਂ ਨਹੀਂ ਆਉਂਦੇ? ਕਈ ਕਾਮਰੇਡ ਪਾਰਟੀਆਂ ਦੇ ਵਿੱਚ ਇਹੋ ਜਿਹੇ ਬੰਦੇ ਸੀ ਜਿਹੜੇ ਅੰਮ੍ਰਿਤਧਾਰੀ ਸੀ, ਪਾਠ ਵੀ ਕਰਦੇ ਸੀ, ਪਰ ਵਿਚਾਰਧਾਰਾ ਨੂੰ ਉਹ ਕਹਿੰਦੇ ਸੀ ਅਸੀਂ ਜਥੇਬੰਦੀ ਦੇ ਤੌਰ ਤੇ, ਪਾਰਟੀ ਦੇ ਤੌਰ ਤੇ ਇਹਨਾਂ ਦੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਕਿਸੇ ਦੂਜੇ ਧਿਰ ਲਈ ਜਿਹਦੇ ਨਾਲ ਉਹ ਵਿਚਾਰਧਾਰਕ ਵਿਰੋਧੀ ਵੀ ਨੇ, ਉਹਦੇ ਲਈ ਜਾ ਕੇ ਸਿਰ ਦਿੰਦੇ ਨੇ ਜਾ ਕੇ। ਤੇ ਅਸੀਂ ਕਿੱਥੇ ਖੜੇ? ਅਸੀਂ ਤਾਂ ਮਤਲਬ ਅਸੀਂ ਵਿਚਾਰਧਾਰਾ ਤੇ ਨਹੀਂ ਖੜੇ, ਅਸੀਂ ਆਪਣੀ ਹਉਮੈ ਤੇ ਖੜੇ ਹਾਂ ਕਿ ਅਸੀਂ ਬਹੁਤ ਛੋਟੀ ਉਮਰ ਦੀਆਂ ਆਪਣੀਆਂ ਕੁੜੀਆਂ ਨੂੰ 50-50 ਸਾਲ ਦੇ ਬੰਦਿਆਂ ਨਾਲ ਵਿਆਹਤਾ ਉੱਧਰ ਕੇ ਇੱਕ ਵਾਰ ਵਿਦੇਸ਼ ਚਲਾ ਜਾਵੇ, ਕੱਲ੍ਹ ਨੂੰ ਮੁੰਡੇ ਨੂੰ ਵੀ ਲੈ ਜਾਏਗੀ, ਕੁੜੀ ਨੂੰ ਵੀ ਲੈ ਜਾਏਗੀ। ਉਹਨੇ ਸਾਡਾ ਅਖਲਾਕ ਮਾਰਤਾ ਹੈ ਪੰਜਾਬੀ ਦਾ। ਪੰਜਾਬੀ ਕਾਹਦੇ ਲਈ ਜਿਉਂਦਾ? ਉਹ ਕਹਿੰਦਾ ਮੇਰੇ ਕੋਲ ਅਣਖ ਹੈ, ਮੇਰੇ ਕੋਲ ਅਖਲਾਕ ਹੈ। ਜਦੋਂ ਅਣਖ ਤੇ ਅਖਲਾਕ ਤੁਹਾਡਾ ਕੰਪਰੋਮਾਈਜ਼ ਹੋ ਗਿਆ ਆਪਸ ਦੇ ਵਿੱਚ ਕਾਗਜ਼ੀ ਮੈਰਜੇ ਕਰਕੇ, ਤਾਂ ਤੁਸੀਂ ਕਿਵੇਂ ਲੜੋਗੇ? ਅੱਖ ਚੱਕ ਕਿਵੇਂ? ਚਿੜੀ ਬਾਜ ਨਾਲ ਲੜੂਗੀ ਕਿਵੇਂ? ਅਖਲਾਕ ਦੇ ਆਧਾਰ ਤੇ ਲੜਦੀ ਹੈ, ਨਾ ਕਿ ਤਾਕਤ ਉਹਦੇ ਕੋਲ ਜ਼ਿਆਦਾ ਹੁੰਦੀ ਹੈ ਦੂਜੀ। ਔਰ ਸਾਡੀਆਂ ਸਾਰੀਆਂ ਸੋਚਾਂ ਨੇ ਜਿਹੜੀਆਂ, ਚਾਹੇ ਉਹ ਸਿੱਖ ਫਿਲਾਸਫੀ ਹੈ, ਉਹ ਕਹਿੰਦੀ ਹੈ ਜਾਤ ਪਾਤ ਨਹੀਂ ਹੋਣੀ ਚਾਹੀਦੀ, ਜਾਤ ਪਾਤ ਦੇ ਖਿਲਾਫ ਹੈ। ਫਿਰ ਇੰਨੇ ਗੁਰਦੁਆਰੇ, ਇੰਨੀਆਂ ਕ੍ਰਿਮੀਨੇਸ਼ਨ ਗਰਾਊਂਡ ਕਿਉਂ ਬਣੇ ਨੇ? ਤਾਂ ਉਦੋਂ ਬਾਅਦ ਦਾ ਸਾਡਾ ਕਿਰਦਾਰ ਅੱਜ ਕਿੱਥੇ ਹੈ? ਪਿੰਡ ਪਿੰਡ ਅਜੇ ਵੀ ਦਲਿਤ ਵਿਹੜਿਆਂ ਦੇ ਵਿੱਚ ਸਾਡਾ ਕਿਉਂ ਕਿਸਾਨੀ ਕਾਰਕੁਨ ਜਾਣ ਲਈ ਤਿਆਰ ਨਹੀਂ ਉਸ ਪੱਧਰ ਦੇ ਉੱਤੇ? ਅਜੇ ਵੀ ਜਿਹੜੇ ਪੰਥਕ ਕਹਾਉਣ ਵਾਲੇ ਸਾਰੇ ਬੰਦੇ ਨੇ, ਉਹ ਕਿਉਂ ਉਹਨਾਂ ਬੰਦਿਆਂ ਨੂੰ ਗੱਲ ਬੱਕੜੀ ਕਿਉਂ ਡੇਰੇ 'ਚ, ਕਿਉਂ ਸੱਚੇ ਸੌਦੇ ਵਾਲੇ ਦੀ ਗੱਲ ਮੰਨ ਕੇ ਵੋਟ ਵੀ ਪਾ ਦਿੰਦੇ ਨੇ ਸਾਰੇ ਕੁਝ ਨੇ? ਉਧਰ ਵੀ ਤਾਂ ਸੋਚਣ ਦਾ ਸਵਾਲ ਹੈ। ਇਹ ਉਸ ਦੌਰ ਤੋਂ ਬਾਅਦ ਹੋਰ ਜ਼ਿਆਦਾ ਖਰਾਬ ਹੋਣ ਦੀਆਂ ਜਿਹੜੀਆਂ ਗੱਲਾਂ ਨੇ। ਕਮਿਊਨਿਸਟ ਜਿਹੜੇ ਕਾਮਰੇਡ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝ ਲੈਂਦੇ ਜਾਂ ਸਮਝ ਲੈਣ ਤਾਂ ਮੁੱਦੇ ਹੱਲ ਨੇ। ਉਹ ਸਿੱਖੀ ਵਾਲੇ ਵੀ ਜੇ ਕਾਮਰੇਡ ਦੀ ਵਿਚਾਰਧਾਰਾ ਨੂੰ ਸਮਝ ਲੈਣ ਤੇ ਕਿਤੇ ਮੁੱਦੇ ਹੱਲ ਹੋ ਜਾਣਗੇ। ਤੁਸੀਂ ਆਪਸ ਦੇ ਵਿੱਚ ਵਿਚਾਰ ਚਰਚਾ ਕਰ ਸਕਦੇ ਹੋ, ਪਰ ਇੱਕ ਦੂਜੇ ਦੇ ਬਲੇਮ ਕਰੋਗੇ, ਉਹ ਨੁਕਸਾਨ ਕਿਸਾਨੀ ਦਾ ਵੀ ਤੇ ਨੁਕਸਾਨ ਪੰਜਾਬ ਦਾ ਵੀ ਹੈ। ਅਸੀਂ ਨਹੀਂ ਸਮਝਿਆ ਇਹ ਇੱਕ ਦੂਜੇ ਨੂੰ। ਇਹ ਮਤਲਬ ਖੱਬੇ ਪੱਖੀਆਂ ਦੇ ਵਿੱਚ ਵੀ ਬਹੁਤ ਵੱਡਾ ਡਰਾਬੈਕ ਰਿਹਾ ਕਿ ਉਹਨੇ ਗੁਰਬਾਣੀ ਨੂੰ ਸਮਝਣ ਦਾ ਜਾਂ ਪੜ੍ਹਨ ਦਾ ਜਾਂ ਉਹਦੇ ਬਾਰੇ ਧਿਆਨ ਹੀ ਨਹੀਂ ਦਿੱਤਾ। ਇਹ ਲੱਗਿਆ ਕਿ ਇਹ ਤਾਂ ਜੀ ਧਾਰਮਿਕ ਸਾਈਡ ਲੈ ਜਾਊਗੀ, ਬਾਕੀ ਹੋ ਜਾਊਗੀ। ਔਰ ਦੂਜਿਆਂ ਨੇ ਵੀ ਇਹੀ ਕਹਿ ਕੇ ਬਾਹਰੋਂ ਆਏ ਨੇ, ਕਾਮਰੇਡ ਨੇ, ਨਾਸਤਕ ਨੇ, ਛੱਡੋ ਪਰਾਂ ਇਹਨਾਂ ਦਾ ਕੀ ਹੈ, ਇਹ ਤਾਂ ਆਪਾਂ ਨਹੀਂ ਸਮਝ ਲੈ। ਇੱਕ ਦੂਜੇ ਨਾਲ ਵਿਚਾਰਤਾ ਕਰਨੀ ਚਾਹੀਦੀ ਨਾ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। 26 ਨਵੰਬਰ ਨੂੰ ਪੂਰਾ ਪੰਜਾਬ ਹੀ ਦਿੱਲੀ ਦੇ ਬਰੂਹਾਂ ਤੇ ਜਾ ਕੇ ਬੈਠਾ ਸੀ ਔਰ ਇੱਕੋ ਗੱਲ ਕਹੀ ਸੀ ਕਿ ਜੋ 32 ਜਥੇਬੰਦੀਆਂ ਕਹਿਣਗੇ ਅਸੀਂ ਉਹੀ ਕਰਾਂਗੇ। ਫਿਰ ਅੱਜ 4 ਮਹੀਨੇ ਤੋਂ ਬਾਅਦ ਇਹ ਚੀਜ਼ਾਂ ਕਿੱਥੋਂ ਆ ਗਈਆਂ ਨੇ? ਸਿੱਖ ਵਰਸਸ ਕਾਮੜ ਬਣਾ ਦਿੱਤਾ ਜਾਂਦਾ ਹੈ। ਲਗਾਤਾਰ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲਦਾ ਆ ਰਿਹਾ ਕਿ 32 ਜਥੇਬੰਦੀਆਂ ਦੇ ਕੁਝ ਨੁਮਾਇੰਦੇ ਜਿਹੜੇ ਨੇ ਕਾਮੜ ਨੇ, ਉਹ ਸਹੀ ਕੰਮ ਨਹੀਂ ਕਰ ਰਹੇ। ਉਹ ਦੂਸਰੇ ਪਾਸੇ ਵੀ ਚਰਚਾ ਚੱਲ ਜਾਂਦੀ ਹੈ ਕਿ ਸਿੱਖਾਂ ਵੱਲੋਂ ਇਹ ਜੋ ਧਰਨਾ ਲਗਾਇਆ ਗਿਆ, ਜਿਵੇਂ ਗੋਦੀ ਮੀਡੀਆ ਚੀਜ਼ਾਂ ਰੱਖਦੀ ਆਈ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਕੀ ਹੈ ਜਦੋਂ ਇਸ ਚੀਜ਼ ਨਾਲ ਗੱਲਾਂ ਆਉਣਗੀਆਂ ਸਿੱਖ ਵਰਸਸ ਕਾਮੜ ਨੂੰ ਲੈ ਕੇ। ਉਹ ਇਹ ਸਮਝਣ ਦੀ ਲੋੜ ਹੈ। ਇਹ ਸਮਝਣ ਦੇ ਲਈ ਤੁਹਾਨੂੰ ਇੱਕ ਬੁੱਧੀਜੀਵੀ ਜਾਂ ਇੱਕ ਪੁਰਾਣੇ ਪੱਤਰਕਾਰ ਜਾਂ ਕਹਿ ਦਈਏ ਕਿ ਸੀਨੀਅਰ ਪੱਤਰਕਾਰ ਕੋਲ ਇਹ ਚੀਜ਼ਾਂ ਪਈਆਂ ਹੁੰਦੀਆਂ ਨੇ, ਕਿਉਂਕਿ ਖੋਜੀ ਹੁੰਦੇ ਨੇ, ਲਗਾਤਾਰ ਇਸ ਚੀਜ਼ ਉੱਪਰ ਲਿਖਦੇ ਵੀ ਆਉਂਦੇ ਨੇ। ਇਹ ਨਾ ਸਮਝਿਆ ਜਾਵੇ ਕਿ ਕਿਸਾਨੀ ਮੋਰਚੇ ਤੱਕ ਹੀ ਸਿੱਖ ਵਰਸਸ ਕਾਮਰੇਡ ਰਹੂਗਾ। ਜਦੋਂ ਮੋਰਚਾ ਵਾਪਸ ਪੰਜਾਬ 'ਚ ਆਊਗਾ ਉਦੋਂ ਪੰਜਾਬ ਦੇ ਹਾਲਾਤ ਕੀ ਹੋਣਗੇ? ਕਿ ਅਸੀਂ ਸਿੱਖ ਵਰਸਸ ਕਾਮਰੇਡ 'ਤੇ ਹੀ ਚੱਲਣਾ, ਕਿ ਸਾਡੇ ਹੋਰ ਵੀ ਮੁੱਦੇ ਹੈਗੇ ਨੇ? ਉਹਦੇ ਇਸ਼ੂ ਬਣਾ ਕਿਉਂ ਦਿੱਤਾ ਗਿਆ? ਇਹੀ ਤਾਂ ਸਰਕਾਰਾਂ ਚਾਹੁੰਦੀਆਂ ਸਨ ਕਿ ਆਪਸ ਵਿੱਚ ਲੜਦੇ ਰਹਿਣ ਤੇ 3 ਬਿੱਲ ਤੋਂ ਇਹਨਾਂ ਦੇ ਮੁੱਦੇ ਹਟ ਜਾਣ। ਹੁਣ ਅੱਗੇ ਜਾ ਕੇ ਪੰਜਾਬ 'ਚ ਕੀ ਹੋਊਗਾ? ਸਾਡੇ ਸੀਨੀਅਰ ਪੱਤਰਕਾਰ ਹਮੀਦ ਸਿੰਘ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭਾ ਖਾਲਸਾ ਕੀ ਫਤਿਹ ਜੀ। ਫਤਿਹ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ
26 ਨਵੰਬਰ ਤੋਂ ਬਾਅਦ ਜਦੋਂ ਇੱਥੋਂ ਚੱਲੇ ਸੀ 32 ਜਥੇਬੰਦੀਆਂ ਦੇ ਰੋਲ ਨੂੰ ਬਖੂਬੀ ਸਰਾਹਾਇਆ ਗਿਆ ਸੀ ਕਿ ਜੋ 32 ਜਥੇਬੰਦੀਆਂ ਕਹਿਣਗੀਆਂ ਅਸੀਂ ਉਹੀ ਕਰਾਂਗੇ, ਉਹਨਾਂ ਦੇ ਕਹਿਣ ਤੇ ਚੱਲਾਂਗੇ। 26 ਤੋਂ ਬਾਅਦ ਇਹੋ ਜਿਹਾ ਕੀ ਵਾਪਰ ਜਾਂਦਾ ਹੈ ਕਿ ਅੱਜ ਸਿੱਖ ਵਰਸਸ ਕਾਮਰੇਡ ਦੇ ਮੁੱਦਿਆਂ ਨੂੰ ਉਭਾਰਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੀ ਗੱਲ ਲੈ ਲਓ, ਹਰ ਇੱਕ ਵਿਅਕਤੀ ਦੀ ਇਹੀ ਗੱਲ ਹੈਗੀ ਹੈ ਵੀ ਕਾਮਰੇਡ ਸਹੀ ਨਹੀਂ ਕਰ ਰਹੇ, ਸਿੱਖ ਨਹੀਂ ਸਹੀ ਕਰ ਰਹੇ। ਚੀਜ਼ਾਂ ਕਿਉਂ ਆ ਰਹੀਆਂ ਨੇ? ਅਸਲ 'ਚ ਇਹ ਬਹੁਤ ਪੁਰਾਣਾ ਮੁੱਦਾ ਹੈ, ਲਗਾਤਾਰ ਕਾਮਰੇਡ ਵਰਸਸ ਸਿੱਖ ਕੋਈ ਅੱਜ ਦਾ ਮੁੱਦਾ ਨਹੀਂ ਹੈ। ਔਰ ਬੜੇ ਲੰਮੇ ਸਮੇਂ ਤੋਂ ਗਦਰੀ ਬਾਬੇ ਕੌਣ ਸਿੰਘ ਅਜਮੇਰ ਸਿੰਘ ਨੇ ਵੀ ਇੱਕ ਕਿਤਾਬ ਲਿਖੀ, ਉਦੋਂ ਪਹਿਲਾਂ ਗਦਰੀ ਬਾਬਿਆਂ ਤੇ ਰਿਸਰਚ ਕੀਤੀ, ਬਹੁਤ ਲੋਕਾਂ ਨੇ, ਪੁਰੀ ਸਾਹਿਬ ਨੇ ਕੀਤੀ, ਹੋਰ ਲੋਕਾਂ ਨੇ ਕੀਤੀ, ਸਾਰਿਆਂ ਨੇ। ਔਰ ਥਿਓਰੀਟੀਕਲੀ ਇਹ ਇਸ਼ੂ ਹੈ ਕਿ ਕੌਣ ਕਿਹਦੇ ਨਾਲ ਹੈ, ਕਿ ਮਾਰਕਸਵਾਦੀ ਵਿਚਾਰਧਾਰਾ ਦੇ ਨਾਲ ਹੀ ਸਾਰੀ ਮੂਵਮੈਂਟਾਂ ਬਿਲਡ ਹੋਈਆਂ ਨੇ ਜਾਂ ਸਿੱਖੀ ਦੇ ਨਾਲ। ਹਾਲਾਂਕਿ ਇਹ 'ਚ ਇਸ ਲੈਵਲ ਦੇ ਕੋਈ ਅੰਤਰ ਵਿਰੋਧ ਨਹੀਂ ਸੀ ਉਸ ਪੱਧਰ ਦੇ ਉੱਤੇ ਜੇਕਰ ਦੇਖਿਆ ਜਾਂਦਾ। ਪਰ ਸਵਾਲ ਇਹ ਹੈ ਕਿ ਜਦੋਂ ਚੱਲਦਾ ਆਉਂਦਾ, ਜੇ ਉਦੋਂ ਵੀ ਪਹਿਲਾਂ ਦੇਖੋਗੇ 26 ਨਵੰਬਰ ਤੋਂ ਵੀ ਪਹਿਲਾਂ ਇੱਥੇ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਇਸੇ ਕਰਕੇ ਸੰਭੂ ਅਲੱਗ ਮੋਰਚਾ ਲੱਗਿਆ ਉਸੇ ਥਾਟ ਦੇ ਵਿੱਚੋਂ ਕਿ ਜੀ ਇਹ ਉਹ ਨਹੀਂ ਕਰ ਰਹੇ, ਅਸਲ ਸਿੱਖੀ ਪੰਥਕ ਜਾਂ ਬਾਕੀ ਚੀਜ਼ਾਂ ਨਹੀਂ। ਜੇ ਦੇਖਿਆ ਜਾਵੇ ਤਾਂ ਸਿੱਖੀ ਪੰਥ ਕਿਹੜਾ ਕੋਈ ਇੱਕ ਯੂਨਾਈਟਿਡ ਚੀਜ਼ ਹੈ, ਉਹਦੇ 'ਚ ਵੀ ਤਾਂ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਕਹਾਉਂਦਾ, ਉਹਨੂੰ ਗਾਲਾਂ ਕੱਢਣ ਵਾਲਾ ਵੀ ਪੰਥਕ ਕਹਾਉਂਦਾ, ਉਹ 'ਚ 50 ਵੈਰਾਈਟੀਆਂ ਨੇ। ਇਸੇ ਤਰ੍ਹਾਂ ਕਾਮਰੇਡ ਕਿਹੜਾ ਕੋਈ ਇੱਕ ਹੋਮੋਜੀਨੀਅਸ ਚੀਜ਼ ਹੈ, ਉਹਦੇ 'ਚ ਵੀ ਕਈ ਜਥੇਬੰਦੀਆਂ, ਕੋਈ ਕਿਸੇ ਧਾਰਾ ਨੂੰ, ਕੋਈ ਕਿਸੇ ਧਾਰਾ ਨੂੰ, ਕੋਈ ਕਿਸੇ ਧਾਰਾ ਨੂੰ ਮੰਨਦਾ। ਪਰ ਜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਤਾਂ ਦੋਨੇ ਜਿਹੜੀਆਂ ਵਿਚਾਰਕ ਧਾਰਕ ਐਂਗਲ ਤਾਂ ਦੋਨਾਂ ਦਾ ਹੀ ਹੈ ਕਿ ਜ਼ੁਲਮ ਦੇ ਖਿਲਾਫ ਲੜਨਾ ਵੀ ਵਿਚਾਰਧਾਰਕ ਐਂਗਲ ਹੈ ਦੋਨਾਂ ਦਾ, ਦੱਬੇ ਕੁਚਲਿਆਂ ਦੇ ਪੱਖ ਦੇ ਵਿੱਚ ਖੜਨਾ ਵੀ ਦੋਨਾਂ ਦਾ ਵਿਚਾਰਧਾਰਕ ਐਂਗਲ ਹੈ, ਔਰ ਹੋਰ ਸਾਰੀਆਂ ਚੀਜ਼ਾਂ ਜੁੜਦੀਆਂ ਨੇ। ਪਰ ਜਿੱਥੋਂ ਤੱਕ ਇਹ ਮੋਰਚੇ ਦਾ ਸਵਾਲ ਹੈ, ਇਹ ਮੋਰਚਾ ਸੀਗਾ 3-4 ਮੋਟੀਆਂ ਮੰਗਾਂ ਤੇ, ਇਸੇ ਲਈ ਸਹਿਮਤੀ ਸੀ। ਨਹੀਂ ਤਾਂ ਅਲੱਗ-ਅਲੱਗ ਜਥੇਬੰਦੀਆਂ ਨੇ, ਅਲੱਗ-ਅਲੱਗ ਪਾਰਟੀਆਂ ਨੇ, ਅਲੱਗ-ਅਲੱਗ ਲੋਕ ਨੇ। ਇਹ ਤਿੰਨੋਂ ਜਿਹੜੇ ਆਰਡੀਨੈਂਸ ਜਾਰੀ ਕੀਤੇ ਸੀ ਕਰੋਨਾ ਦੇ ਦੌਰਾਨ, ਤੇ ਇੱਕ ਘੱਟੋ ਘੱਟ ਸਮਰਥਨ ਮੁੱਲ ਦਾ ਸਵਾਲ ਸੀ। ਜਿੰਨਾ ਚਿਰ ਇਹ ਮੋਰਚੇ ਦਾ ਭਾਰੂ ਹੈ ਪੱਖ ਇਹ ਰਿਹਾ ਕਿ ਨਹੀਂ ਇਹੀ ਇੱਕੋ ਗੱਲ ਹੈ। ਫਿਰ ਤੁਸੀਂ ਦਿੱਲੀ ਜਾ ਕੇ ਦੇਖਿਆ ਕਿ ਦਿੱਲੀ ਨਿਸ਼ਾਨ ਸਾਹਿਬ ਵੀ ਉੱਥੇ ਲੱਗਿਆ, ਕੋਈ ਫਰਕ ਨਹੀਂ ਪੈਂਦਾ, ਪੰਥਕ ਝੰਡਾ ਵੀ ਹੈ ਤੇ ਉੱਥੇ ਕਾਮਰੇਡਾਂ ਦੇ ਲਾਲ ਝੰਡੇ ਵੀ ਨੇ। ਕਈ ਨਿਹੰਗ ਬਾਬੇ ਫੋਟੋਆਂ ਦੇਖੀਆਂ ਹੋਣਗੀਆਂ, ਉਹ ਲਾਲ ਝੰਡਾ ਮੋਢੇ ਤੇ ਰੱਖੀ ਫਿਰਦੇ ਨੇ, ਅਲੱਗ-ਅਲੱਗ ਟਾਈਪ ਦਾ। ਇਸ ਮੋਰਚੇ ਦੀ ਇਹੀ ਸਟਰੈਂਥ ਹੈ ਅਸਲ ਦੇ ਵਿੱਚ, ਇਹੀ ਸਭ ਤੋਂ ਬੜਾ ਸਵਾਲ ਹੈ, ਇਹੀ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦਾ ਇੱਕ ਐਂਗਲ ਹੈ ਕਿ ਤੁਸੀਂ ਇਕੱਠੇ ਜਦੋਂ ਲੜਦੇ ਹੋ ਔਰ ਬਿਲਕੁਲ ਸਭ ਕੁਝ ਭੁਲਾ ਕੇ, ਨਫ਼ਰਤ ਭੁਲਾ ਕੇ, ਬਖਰੇਵੇਂ ਭੁਲਾ ਕੇ ਜਦੋਂ ਇੱਕ ਗੱਲ ਤੇ ਲੜਦੇ ਹੋ, ਬਖਰੇਵੇਂ ਹੁੰਦੇ ਹੋਏ ਵੀ ਬਖਰੇਵੇਂ ਫਿਰ ਤੁਸੀਂ ਜਿਹੜੇ ਰੱਖਦੇ ਹੋ ਨਾ, ਉਹ ਮਤਲਬ ਉਹਦੇ 'ਚ ਠੀਕ ਤਰੀਕੇ ਨਾਲ ਕਿਵੇਂ ਹੱਲ ਹੋ ਜੇ, ਇੱਕ ਦੂਜੇ ਨੂੰ ਸੁਝਾਅ ਦੇਣ ਦੇ ਐਂਗਲ ਤੋਂ ਰੱਖਦੇ ਹੋ ਕਿ ਇਹਦੇ 'ਚ ਆਹ ਗਲਤ ਹੋ ਰਿਹਾ, ਇਹਨੂੰ ਠੀਕ ਕਰੀਏ। ਜੋ ਤੁਸੀਂ ਲੜਾਈ ਦੇ ਐਂਗਲ ਤੋਂ ਬਖਰੇਵੇਂ ਰੱਖਦੇ ਹੋ ਤਾਂ ਉਹ ਬਖਰੇਵੇਂ ਹੋਰ ਟਾਈਪ ਦੇ ਹੋ ਰਹੇ ਨੇ। ਔਰ ਉਦੋਂ ਬਾਅਦ ਚੱਲਦੇ ਫਿਰ ਇਹ ਜ਼ਿਆਦਾ ਬੜਾ ਜਿਹੜਾ ਮੁੱਦਾ ਹੈ ਉਭਾਰਿਆ ਤਾਂ ਪਹਿਲਾਂ ਹੀ ਗਿਆ ਸੀ। ਇਹ ਬੜੀ ਦੇਰ ਤੋਂ ਕੁਝ ਲੋਕ ਕੋਸ਼ਿਸ਼ ਕਰ ਰਹੇ ਸੀਗੇ, ਪਰ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਜ਼ਿਆਦਾ ਮਤਲਬ ਉਭਰਿਆ ਉਸ ਪੱਧਰ ਦੇ ਉੱਤੇ। ਇੱਕ ਨੇ ਕਿਹਾ ਕਿ ਜੀ ਇਹ ਤਾਂ ਬੜੇ ਥੋੜੇ ਲੈਵਲ ਦੀ ਗੱਲ ਨੇ, ਕਾਮਰੇਡ ਤਾਂ ਆਰਥਿਕ ਮੰਗਾਂ ਤੇ ਖੜੇ ਨੇ, ਕੱਲੀਆਂ ਤੇ ਮੰਗਾਂ ਵੱਡੀਆਂ ਨੇ। ਬਿਲਕੁਲ ਪੰਜਾਬ ਹੋਂਦ ਦਾ ਸਵਾਲ ਹੈ। ਸਾਰੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੀ ਹੋਂਦ ਦਾ ਕੁਐਸਚਨ ਹੈ। ਜੇ ਪੰਜਾਬ ਦੀ ਹੋਂਦ ਦਾ ਕੁਐਸਚਨ ਹੈ, ਇਹਦਾ ਮਤਲਬ ਇਹੀ ਹੈ ਕਿ ਇਕੱਲੇ 3 ਜਾਂ 4 ਬਿੱਲਾਂ ਨਾਲ ਨਹੀਂ ਹੱਲ ਹੋਣਾ। ਪਰ ਬਿੱਲਾਂ ਤੇ ਵੀ ਜੇ ਜਿੱਤ ਪ੍ਰਾਪਤ ਨਾ ਹੋਈ ਤਾਂ ਉਹ ਕਿਵੇਂ ਹੱਲ ਹੋ ਜਾਊਗਾ ਜਿਹੜਾ ਤੁਸੀਂ ਹੋਂਦ ਦੀ ਗੱਲ ਕਰਦੇ ਹੋ। ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਅਸੀਂ ਹੀ ਇਹਦੇ ਦਾਅਵੇਦਾਰ ਹਾਂ, ਜੇ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਜਦੋਂ ਆਪਾਂ ਪੰਜਾਬ ਦਾ ਮੋਰਚਾ ਦੇਖਿਆ, ਧਰਮ ਯੁੱਧ ਮੋਰਚਾ ਲੱਗਿਆ, ਪੰਜਾਬ ਦੇ ਪਾਣੀਆਂ ਦੇ ਸਵਾਲ ਤੇ ਲੱਗਿਆ, ਪੰਜਾਬੀ ਬੋਲਦੇ ਇਲਾਕਿਆਂ ਦੇ ਸਵਾਲ ਤੇ ਲੱਗਿਆ, ਚੰਡੀਗੜ੍ਹ, ਹੋਰ ਕਿੰਨੇ ਹੀ ਮੁੱਦੇ ਸੀਗੇ। ਬੇਸਿਕਲੀ ਅਨੰਦਪੁਰ ਸਾਹਿਬ ਦਾ ਮਤਾ, ਫੈਡਰਲਿਜ਼ਮ ਦਾ ਮਤਾ ਸੀ, ਉਸ ਤੇ ਲੱਗਿਆ। ਪਰ ਉਦੋਂ ਬਾਅਦ ਜਿਹੜੀਆਂ ਧਿਰਾਂ ਨੇ ਉੱਥੇ ਲੜਾਈ ਲੜੀ, ਹੋਇਆ ਕੀ ਹੈ? ਹੋਇਆ ਇਹ ਹੈ ਕਿ ਬਹੁਤ ਵੱਡੇ ਪੱਧਰ ਤੇ ਇੱਕ ਹਥਿਆਰਬੰਦ ਲੜਾਈ ਚੱਲੀ, ਬਹੁਤ ਵੱਡਾ ਜਾਨੀ ਨੁਕਸਾਨ ਹੋਇਆ, ਔਰ ਨੁਕਸਾਨ 'ਚ ਹਜ਼ਾਰਾਂ ਸਾਡਾ ਨੌਜਵਾਨ ਮੁੰਡਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਮਰਿਆ, ਤੇ ਕੁਝ ਖਾਲਿਸਤਾਨੀ ਟਾਈਪ ਦਾ ਜਿਹੜਾ ਐਂਗਲ ਸੀਗਾ ਉਹਦੇ ਵੱਲੋਂ ਦੂਜੀਆਂ ਵਿਚਾਰਧਾਰਾਵਾਂ ਦੇ ਬੰਦੇ ਵੀ ਮਰੇ। ਕੋਈ ਇਹ ਨਹੀਂ ਮਰੇ ਤਾਂ ਉਹ ਪੰਜਾਬੀ ਨੇ ਨਾ ਸਾਰੇ, ਚਾਹੇ ਕਿਸੇ ਵੀ ਵਿਚਾਰਧਾਰਾ ਤੇ। ਗੁਰੂ ਨਾਨਕ ਦਾ ਸਿਧਾਂਤ ਤਾਂ ਆਰਗੂਮੈਂਟ ਦਾ ਸਿਧਾਂਤ ਹੈ, ਸੰਵਾਦ ਦਾ ਸਿਧਾਂਤ ਹੈ, ਦਲੀਲ ਦਾ ਸਿਧਾਂਤ ਹੈ। ਗੁਰੂ ਸਾਹਿਬ ਨੇ ਜਿੰਨੀਆਂ ਉਦਾਸੀਆਂ ਕੀਤੀਆਂ, ਉਹਨਾਂ ਨੇ ਕਿਹਾ ਕੀ ਹੈ? ਉਹ ਗਏ, ਉਹ ਮੱਕੇ ਮਦੀਨੇ ਤੱਕ ਗਏ ਜਿੱਥੇ ਵਿਚਾਰਧਾਰਕ ਬਖਰੇਵੇਂ ਸੀ। ਉਹ ਸਿੱਧਾਂ ਦੀ ਗੋਸ਼ਟ ਉਹਨਾਂ ਨਾਲ ਕੀਤੀ ਜਿੱਥੇ ਸੀ। ਉਹ ਹਰਿਦੁਆਰ ਦੇ ਵਿੱਚ ਗਏ ਜਿੱਥੇ ਵੀ ਉਹਨਾਂ ਦੀ ਗੱਲ ਸੀ। ਤਮਾਮ ਜਗ੍ਹਾ ਦੇ ਵਿੱਚ ਗਏ ਔਰ ਜਾ ਕੇ ਆਰਗੂਮੈਂਟ ਕੀਤਾ। ਜਦੋਂ ਸਗੋਂ ਜਿਹੜੇ ਦੋਸ਼ ਦੇਣ ਲੱਗੇ, ਜਦੋਂ ਰੌਲਾ ਪਾਉਣ ਲੱਗੇ, ਜਦੋਂ ਲੜਾਈ ਲੜਨ ਲੱਗੇ, ਤਾਂ ਗੁਰੂ ਸਾਹਿਬ ਨੇ ਉਦੋਂ ਉਲਟ ਜਵਾਬ ਦਿੱਤਾ। ਉਹ ਕਹਿੰਦੇ ਨੇ ਰੋਸ ਨਾ ਕੀਜੈ ਉੱਤਰ ਦੀਜੈ। ਪਹਿਲਾਂ ਬਲਕਿ ਉਹਨਾਂ ਨੇ ਇਹ ਸਵਾਲ ਸਾਡੇ ਸਾਹਮਣੇ ਪੇਸ਼ ਕੀਤਾ, ਇੱਕ ਇਹੋ ਜਿਹਾ ਸਿਧਾਂਤ ਦਿੱਤਾ ਜਿਹੜਾ ਸਾਰੀ ਦੁਨੀਆ ਲਈ ਰਾਹ ਦਰਸਾਵੇ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਔਰ ਇਹਦਾ ਮਤਲਬ ਇਹ ਹੈ ਕਿ ਜੇਕਰ ਬਖਰੇਵੇਂ ਹੈਗੇ, ਪਰ ਇਹ ਅੰਦੋਲਨ ਜਿਹੜਾ ਹੈ ਇਹ ਕੇਵਲ ਕੁਝ ਗਿਣੀਆਂ ਚੁਣੀਆਂ ਮੰਗਾਂ ਤੇ ਹੈ, ਉਹਦੇ ਤੇ ਹੀ ਇਕੱਠ ਹੈ। ਹਰ ਇੱਕ ਨੂੰ ਹੱਕ ਹੈ
ਜੇ ਕੋਈ ਕਾਮਰੇਡ ਹੈ ਉਹ ਕਹਿੰਦਾ ਮੈਂ ਤਾਂ ਇਨਕਲਾਬ ਕਰਨਾ ਜੀ ਆਪਣੇ ਤਰੀਕੇ ਦੇ ਨਾਲ, ਕਰੇ ਆਪਣੀ ਪਾਰਟੀ ਦੇ ਬੈਨਰ ਤੇ, ਕੋਈ ਨਹੀਂ ਰੋਕਦਾ, ਹਰੇਕ ਨੂੰ ਹੱਕ ਹੈ। ਜੇ ਕੋਈ ਖਾਲਿਸਤਾਨ ਵੀ ਲੈਂਦਾ ਪੀਸਫੁਲੀ, ਸੁਪਰੀਮ ਕੋਰਟ ਦੀ ਤੱਕ ਦੀ ਜੱਜਮੈਂਟ ਹੈ ਕਿ ਜੇ ਉਹਦੇ 'ਚ ਕੋਈ ਹਥਿਆਰਬੰਦ ਜਾਂ ਹਿੰਸਾ ਨਹੀਂ ਹੈ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕਹਿ ਸਕਦਾ, ਕੋਈ ਕਿਸੇ ਨੂੰ ਹੱਕ ਨੂੰ ਹੱਕ ਹੈ। ਪਰ ਜਦੋਂ ਤੁਸੀਂ ਵਿਚਾਰਧਾਰਕ ਇੰਨੀ ਨਫ਼ਰਤ ਫੈਲਾ ਦਿੰਦੇ ਹੋ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਨੂੰ ਮਾਰਨ ਨੂੰ ਪੈਂਦੇ ਨੇ, ਗੁੱਸਾ ਇਸ ਲੈਵਲ ਤੇ ਚਲਾ ਜਾਂਦਾ ਹੈ, ਤਾਂ ਉਹ ਕਿਸੇ ਵੀ ਸਿਧਾਂਤ ਦੇ ਫੇਵਰ 'ਚ ਨਹੀਂ। ਜਿਹੜਾ ਮਰਜ਼ੀ ਕੋਈ ਸਿਧਾਂਤ ਲਵੇ, ਕੋਈ ਕਹੇ ਕੋਈ ਸਿੱਖੀ ਨਾਲ ਹੋਵੇ, ਕੋਈ ਕਾਮਰੇਡਾਂ ਨਾਲ, ਬਖਰੇਵੇਂ ਹੋ ਸਕਦੇ ਨੇ, ਪਰ ਦੋਨਾਂ ਦੀ ਸਪਿਰਿਟ ਘੱਟੋ ਘੱਟ ਇਹ ਹੈ ਕਿ ਮਜ਼ਲੂਮ ਦੀ ਰੱਖਿਆ ਤੇ ਮਜ਼ਲੂਮ ਦੇ ਨਾਲ ਖੜੇ ਹੋਣਾ ਤੇ ਜ਼ੁਲਮ ਦੇ ਖਿਲਾਫ ਟੱਕਰ ਲੈਣਾ, ਉਸ ਭਾਵਨਾ ਦੀ ਕਦਰ ਕਰਨ ਦੀ ਲੋੜ ਹੈ ਅਸਲ ਦੇ ਵਿੱਚ। ਬਾਕੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਵੱਡਾ ਫਲਸਫਾ ਸਰਬੱਤ ਦੇ ਭਲੇ ਦਾ ਸਵਾਲ ਹੈ, ਔਰ ਭਾਈ ਲਾਲੋ ਦੇ ਮਲਕ ਭਾਗੋ ਦੇ ਖਿਲਾਫ ਖੜੇ ਹੋਣ ਦਾ ਸਵਾਲ ਹੈ, ਔਰ ਖਾਲਸਾ ਪੰਥ ਦੀ ਸਾਜਨਾ ਦਾ ਜਿਹੜਾ ਸਵਾਲ ਹੈ ਕਿ ਵੱਖ-ਵੱਖ ਜਾਤਾਂ, ਵੱਖ-ਵੱਖ ਲੋਕਾਂ ਦੇ ਨੂੰ ਇਕੱਠੇ ਕਰਕੇ ਇੱਕ ਐਡੀ ਵੱਡੀ ਤਾਕਤ ਬਣਾ ਦਿਓ ਕਿ ਉਹਦੇ ਖਿਲਾਫ ਉਹ ਲੜ ਪੈਣ। ਔਰ ਉਹ ਸਾਰੇ ਮਾਮਲੇ ਕਿਉਂ ਹੋ ਰਹੇ ਨੇ? ਉਹ ਇਸੇ ਕਰਕੇ ਹੋ ਰਹੇ ਸੀ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋਦਾ ਇੱਕ ਨਾਰਾ ਸੀ। ਕੀ ਉਹ ਮਾਨਸ ਦੇ ਵਿੱਚ ਫਿਰ ਸਿੱਖ ਜੇ ਕੋਈ ਖਾਲਿਸਤਾਨੀ ਕਹਿੰਦਾ, ਕਾਮਰੇਡ ਕਹਿੰਦਾ ਖਾਲਿਸਤਾਨੀ ਹੈ, ਇਹ ਨਹੀਂ, ਜੇ ਖਾਲਿਸਤਾਨੀ ਕਹਿੰਦਾ ਇਹ ਕਾਮਰੇਡ ਹੈ, ਇਹਦੇ ਨਾਲ ਨਹੀਂ ਕੁਝ, ਕੀ ਉਹ ਮਾਨਸ 'ਚੋਂ ਨਹੀਂ ਆਉਂਦੇ? ਮਾਨਸ 'ਚ ਤਾਂ ਸਾਰੇ ਹੀ ਆਉਂਦੇ ਨੇ, ਸਰਬੱਤ ਦੇ ਭਲੇ 'ਚ ਤਾਂ ਸਾਰੇ ਹੀ ਆਉਂਦੇ ਨੇ, ਜੇਕਰ ਉਸ ਤਰੀਕੇ ਦੇ ਨਾਲ। ਹਾਂ, ਵਿਚਾਰਾਂ ਦਾ ਵਿਰੋਧ ਹੈ ਔਰ ਉਹ ਵਿਰੋਧ ਹੋ ਵੀ ਸਕਦਾ, ਪਰ ਉਹ ਆਪਣੇ ਆਪਣੇ ਮੰਚ ਤੋਂ ਕਰਨਾ ਚਾਹੀਦਾ। ਸਾਂਝੇ ਮੰਚਾਂ 'ਚ ਕਲੇਸ਼ ਪਾਉਣ ਦਾ ਜਿਹੜਾ ਤਰੀਕਾ ਹੈ, ਸੋਹਣ ਖੜਾ ਰੱਖਣ ਦਾ ਜਿਹੜਾ ਤਰੀਕਾ ਹੈ, ਉਹ ਪੂਰੀ ਪੰਜਾਬੀਅਤ ਨੂੰ, ਪੰਜਾਬ ਦੀ ਹੋਂਦ ਨੂੰ, ਪੰਜਾਬ ਦੇ ਅੰਦੋਲਨਾਂ ਨੂੰ ਹੋਰ ਵੀ ਖਰਾਬ ਕਰ ਰਹੇ। ਵੈਸੇ ਇੱਕ ਸਵਾਲ ਹੈ ਕਿ ਆਪਾਂ ਹੁਣ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਪ੍ਰਚਾਰ ਹੁੰਦਾ ਪਿਆ, ਇੱਕ ਸਿੱਖ ਨੇ ਪੱਗ ਬੰਨ੍ਹ ਲਈ, ਸਿੱਖੀ ਸਰੂਪ 'ਚ ਹੈਗਾ, ਜੋ ਕਾਮੜ ਉਹ ਪਾਰਟੀ ਵਿੱਚ ਹੈਗਾ, ਉਸ ਨੂੰ ਕੀ ਕਹੋਗੇ? ਵੀ ਸਿੱਖੀ ਸਰੂਪ ਵਾਲਾ ਸਿੱਖ ਕਹੋਗੇ ਕਿ ਉਹ ਕਾਮਰੇਡ ਹੈ? ਕਿਉਂਕਿ ਚਰਚਾ ਚੱਲ ਪਈ ਹੈ, ਜਿਵੇਂ ਹੁਣ 32 ਜਥੇਬੰਦੀਆਂ ਨੇ ਉਹ 'ਚ ਸਾਰਾ ਸਿੱਖੀ ਸਰੂਪ 'ਚ ਹੈਗੇ ਨੇ, ਸਾਰਾ ਜ਼ਿਆਦਾ ਦੇ ਵਿੱਚ, ਫਿਰ ਕਿਉਂ ਉਹਨਾਂ ਨੂੰ ਕਾਮਰੇਡ ਕਹਿ ਕੇ ਪੰਡੇ ਜਾ ਰਹੇ ਆ? ਕਿਉਂਕਿ ਉਹ ਵਿੱਚ ਪੱਗ ਵੀ ਤਾਂ ਬੰਨ੍ਹਦੇ ਨਾ। ਤੁਹਾਡੀ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਹੈ, ਪਰ ਹੈਗੇ ਤਾਂ ਵੀ ਸਿੱਖੀ ਸਰੂਪ ਦੇ ਵਿੱਚ ਨੇ। ਨਹੀਂ, ਮੈਸੇਜ ਇਹੀ ਜਾ ਰਿਹਾ, ਇੱਕ ਕਲਚਰ ਦਾ ਹਿੱਸਾ। ਪਗੜੀ ਜਿਹੜੀ ਹੈ ਉਹ ਪੰਜਾਬ ਦੇ ਇਸ ਖਿੱਤੇ 'ਚ ਅਣਖ ਦਾ, ਇੱਜ਼ਤ ਦਾ ਤੇ ਸਾਰਾ ਸਵਾਲ ਉਹ ਹੈ। ਕੋਈ ਵੀ ਬੰਨੇ, ਇਹ ਉਹ ਸਿੱਖ ਵੀ ਬਣ ਸਕਦੇ, ਕਾਮੜ ਵੀ ਨਹੀਂ, ਜਿਹੜਾ ਵੀ ਇੱਥੇ ਪੰਡਤ ਵੀ ਬੰਦੇ ਰਹੇ ਨੇ, ਇਦੋਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਲਾਲੇ ਵੀ ਬੰਦੇ ਰਹੇ ਨੇ, ਕੋਈ ਜ਼ਰੂਰੀ ਨਹੀਂ, ਕਾਸਟ ਦਾ ਕੁਐਸਚਨ ਨਹੀਂ ਸੀ ਉਹਦੇ ਨਾਲ। ਪੱਗਾਂ ਸਾਰੇ ਸਾਡੇ ਪੰਜਾਬ ਦੀ ਕਣਕ ਦਾ, ਇਸ ਲਈ ਕਹਿੰਦਾ ਪੱਗ ਨੂੰ ਹੱਥ ਪਾ ਲਿਆ। ਪੱਗ ਨੂੰ ਹੱਥ ਪਾਉਣ ਦਾ ਮਤਲਬ ਕੋਈ ਐਂ ਥੋੜੀ ਹੈ ਕਿ ਬੰਦੇ ਨੂੰ ਹੱਥ ਪਾ ਲਿਆ, ਬੰਦੇ ਨੂੰ ਕਿਤੋਂ ਹੱਥ ਪਾ ਲਓ, ਉਹਦਾ ਇੱਜ਼ਤ ਦਾ ਸਵਾਲ ਗਿਣਿਆ ਜਾਂਦਾ। ਇਸੇ ਕਰਕੇ ਇਸ ਅੰਦੋਲਨ ਨੇ ਇੱਕ ਮਤਲਬ ਗੱਲ ਕੀਤੀ ਹੈ ਜਿਹੜੀ ਕਾਫੀ ਲੰਬੇ ਸਮੇਂ ਤੋਂ ਮਿਸਿੰਗ ਸੀ, ਔਰ ਉਹਨੇ ਪੂਰੇ ਦੇਸ਼ ਦੇ ਵਿੱਚ ਔਰ ਦੁਨੀਆ ਦੇ ਵਿੱਚ ਪੱਗ ਦੀ ਸ਼ਾਨ ਤੇ ਸਨਮਾਨ ਵਧਾਇਆ। ਔਰ ਦੁਨੀਆ ਇਸੇ ਕਰਕੇ ਬਾਕੀ ਸੂਬਿਆਂ ਦੇ ਵਿੱਚ ਕਹਿੰਦੇ ਨੇ ਕਿ 2 ਪੱਗਾਂ ਵਾਲੇ ਲੀਡਰ ਭੇਜ ਦਿਓ ਜਿਹੜੇ ਬੋਲ ਸਕਣ ਸਾਡੇ ਆ ਕੇ, ਤਾਂ ਕਿ ਉਹ ਇਹ ਲੱਗਦਾ ਕਿ ਪੰਜਾਬੀਅਤ ਦੇ ਨਾਲ ਜੁੜੇ ਨੇ। ਇਹ ਸਿੱਖੀ ਦਾ ਐਡੀਆਂ ਵੱਡੀਆਂ ਕੁਰਬਾਨੀਆਂ ਨੇ। ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਅੱਗੇ ਚੱਲੇ, ਜਦੋਂ ਸਭ ਤੋਂ ਪਹਿਲਾਂ ਇੱਕ ਵੱਡੀ ਕੁਰਬਾਨੀ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਦੀ ਹੈ, ਤਤੀ ਤਵੀ ਤੇ ਬੈਠਣ ਦੀ, ਔਰ ਪੀਸਫੁਲ ਤਰੀਕੇ ਦੇ ਨਾਲ ਕਿ ਠੀਕ ਹੈ। ਉਹਦੇ ਲਈ ਬਹੁਤ ਵੱਡਾ ਇਖਲਾਕ ਚਾਹੀਦਾ ਹੁੰਦਾ, ਬਹੁਤ ਵੱਡਾ ਮੋਰਲ ਚਾਹੀਦਾ ਹੁੰਦਾ। ਉਹਦੇ ਤੋਂ ਬਾਅਦ ਆਉਂਦੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਵੀ ਮਨਾਇਆ ਜਾ ਰਿਹਾ ਹੁਣ, ਪਰ ਉਹਨਾਂ ਨੇ ਕਿਹਾ ਜਾ ਕੇ ਨਾਲ ਉਹਨਾਂ ਦੇ ਜਿਹੜੇ ਸਿੰਘ ਸੀ ਮਤੀ ਦਾਸ, ਸਤੀ ਦਾਸ, ਸਾਰੇ ਉਹ ਵੀ ਉਸੇ ਤਰੀਕੇ ਨਾਲ ਐਡੇ ਵੱਡੇ ਤਸੀਹੇ ਦਿੱਤੇ, ਇਹਦੇ ਬਾਵਜੂਦ ਉਹ ਉਸ ਪੱਧਰ ਦੇ ਉੱਤੇ ਰਹੇ। ਔਰ ਜਿਹੜਾ ਇਹ ਇੱਕ ਵਿਵਹਾਰ ਵੀ ਸਿਰਜਿਆ ਜਾ ਰਿਹਾ ਨਾ ਕਿ ਗਾਂਧੀਵਾਦ ਹੈ ਜੀ, ਜਿਹੜਾ ਸ਼ਾਂਤਮਈ ਹੈ, ਇਹ ਫਲਾਨਾ ਹੈ, ਧਮਕ ਹੈ, ਤਾਂ ਗੁਰੂ ਅਰਜਨ ਦੇਵ ਦਾ, ਗੁਰੂ ਤੇਗ ਬਹਾਦਰ ਦਾ, ਉਦੋਂ ਬਾਅਦ ਜਿੰਨੇ ਮੋਰਚੇ ਲੱਗੇ, ਜੈਤੋ ਦਾ ਮੋਰਚਾ ਲੱਗਿਆ, ਜਿੰਨੇ ਚਾਬੀਆਂ ਦਾ ਮੋਰਚਾ ਲੱਗਿਆ, ਤੇ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਤੇ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ, ਜਿੰਨੇ ਵੀ ਸੀ, ਔਰ ਉਹ ਗਏ ਤੇ ਉਹਨਾਂ ਨੂੰ ਵੱਢਿਆ, ਕੁੱਟਿਆ, ਜੋ ਮਰਜ਼ੀ ਕੀਤਾ। ਉਹਨੇ ਇੱਕ ਇਖਲਾਕ ਬੁਲੰਦ ਕੀਤਾ। ਇਹਦੇ ਲਈ ਬਹੁਤ ਵੱਡੇ ਇਖਲਾਕ ਦੀ ਲੋੜ ਹੈ, ਔਰ ਉਹ ਦੂਜੀਆਂ ਗੱਲਾਂ, ਲੜਾਈ ਝਗੜਾ ਛੋਟਾ ਬੰਦਾ ਹੋਰ ਵੀ ਕੋਈ ਕਰ ਸਕਦਾ, ਪਰ ਐਡੇ ਵੱਡਾ ਬੁਲੰਦ ਇਖਲਾਕ ਜਿਹੜਾ ਉਹ ਸਿਰਜਣਾ, ਇਹ ਸਿਰਜਿਆ। ਔਰ ਜੇ ਇਦੋਂ ਪਿਛਲੀ ਆਪਾਂ ਗੱਲ ਕਰੀਏ, ਜਦੋਂ ਮੁੱਢਲੇ ਰੂਪ 'ਚ ਕਾਮਰੇਡ ਸੀ, ਕਿੰਨੇ ਲੋਕਾਂ ਦੇ, ਗਦਰੀ ਬਾਬਿਆਂ ਦੇ ਵੀ ਕਿੰਨਿਆਂ ਦੇ ਅੰਮ੍ਰਿਤ ਛਕੇ ਹੋਏ ਸੀ, ਔਰ ਉਹ ਨਾਲ ਦੀ ਨਾਲ ਉਹ ਦੂਜੀ ਕਈ ਵਾਰ ਵਿਚਾਰਧਾਰਾ ਦਾ ਰਸੀਆ ਵੀ ਗਏ, ਕਦੇ ਕੁੱਤੇ ਵੀ ਗਏ, ਇਹ ਵੀ ਕੰਮ ਕੀਤਾ। ਔਰ ਉਦੋਂ ਬਾਅਦ ਵੀ ਕਈ ਕਾਮਰੇਡ ਪਾਰਟੀਆਂ ਦੇ ਵਿੱਚ ਇਹੋ ਜਿਹੇ ਬੰਦੇ ਸੀ ਜਿਹੜੇ ਅੰਮ੍ਰਿਤਧਾਰੀ ਸੀ, ਪਾਠ ਵੀ ਕਰਦੇ ਸੀ, ਪਰ ਵਿਚਾਰਧਾਰਾ ਨੂੰ ਉਹ ਕਹਿੰਦੇ ਸੀ ਅਸੀਂ ਜਥੇਬੰਦੀ ਦੇ ਤੌਰ ਤੇ, ਪਾਰਟੀ ਦੇ ਤੌਰ ਤੇ ਇਹਨਾਂ ਦੇ ਨਾਲ। ਇਹ ਐਡਾ ਵੱਡਾ ਵਿਰੋਧ ਉਸ ਪੱਧਰ ਤੇ ਨਹੀਂ ਸੀ, ਨਫ਼ਰਤ ਨਹੀਂ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਕੁਰਬਾਨੀ ਦਾ ਜਜ਼ਬਾ ਬਿਨਾਂ ਸ਼ੱਕ ਹੈ ਇਸ ਧਰਤੀ ਦੇ ਉੱਤੋਂ ਸਿੱਖੀ 'ਚੋਂ ਮਿਲਦਾ, ਕਿਉਂਕਿ ਬਹੁਤ ਪੁਰਾਣਾ 550 ਸਾਲ ਦਾ ਤਜਰਬਾ ਹੈ ਔਰ 500 ਸਾਲ ਦਾ ਜੀਵਨ ਜਾਚ ਹੈ। ਉਹਦੇ ਨਾਲ ਇੱਕ ਵਿਚਾਰਧਾਰਾ ਆਈ ਜਿਹੜੀ ਜੁੜ ਕੇ ਪਿਛਲੇ 100 ਸਾਲ ਦਾ ਇੱਕ ਖੇਡ ਹੈ ਉਹ ਸਾਰੇ ਮਾਮਲੇ 'ਚ, ਉਹਦੇ ਤੋਂ ਵੀ ਲੋਕ ਪ੍ਰਭਾਵਿਤ ਹੋਏ, ਜੰਗ ਲੋਕ ਪ੍ਰਭਾਵਿਤ ਹੋਏ ਬਥੇਰੇ ਉਸ ਪੱਧਰ ਦੇ ਉੱਤੇ। ਜਿਹੜੀ ਚੀਜ਼ ਜੁੜਦੀ ਹੈ ਜੇ ਉਹ 'ਚ ਕੋਈ ਸਹਾਇਕ ਰੋਲ ਨਿਭਾਉਂਦੀ ਹੈ, ਔਰ ਬੜੀ ਤੇ ਪੁਰਾਣੀਆਂ ਗਲਤੀਆਂ
ਮਤਲਬ ਇਹਨਾਂ ਧਿਰਾਂ ਤੋਂ ਵੀ ਰਹੀਆਂ ਨੇ, ਕਾਮਰੇਡ ਧਿਰਾਂ ਤੋਂ ਵੀ ਰਹੀਆਂ ਨੇ ਤੇ ਉਹਨਾਂ ਤੋਂ ਵੀ ਰਹੀਆਂ ਨੇ, ਦੋਨਾਂ ਤੋਂ ਇਹ ਗਲਤੀਆਂ ਤਾਂ ਰਹੀਆਂ ਹੀ ਨੇ ਜਦੋਂ ਆਪੋ ਆਪਣੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ। ਤੇ ਜਦੋਂ ਮੈਂ ਕਈ ਵਾਰ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਕੋਈ ਮਨੁੱਖੀ ਅਧਿਕਾਰ ਜਥੇਬੰਦੀ ਨਹੀਂ ਬਣੀ। ਕਿਉਂਕਿ ਜਥੇਬੰਦੀਆਂ ਜਾਂ ਕਾਮਰੇਡ ਅਧਿਕਾਰ ਜਥੇਬੰਦੀਆਂ ਨੇ ਜਾਂ ਸਿੱਖ ਅਧਿਕਾਰ ਜਥੇਬੰਦੀਆਂ ਨੇ ਜਾਂ ਹਿੰਦੂ ਅਧਿਕਾਰ ਜਥੇਬੰਦੀਆਂ ਨੇ, ਔਰ ਜਦੋਂ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਤਾਂ ਜਿਹੜੀਆਂ ਖੱਬੇ ਪੱਖੀਆਂ ਨਾਲ ਸੰਬੰਧਿਤ ਵੀ ਧਿਰਾਂ ਸੀ ਉਹਨਾਂ ਨੂੰ ਜਿਸ ਬੁਲੰਦ ਆਵਾਜ਼ 'ਚ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਸੀ, ਨਹੀਂ ਹੋਇਆ। ਇਸੇ ਤਰ੍ਹਾਂ ਜਦੋਂ ਕੋਈ ਕਾਮਰੇਡਾਂ ਦੀ ਸਾਈਡ ਤੇ ਮਰ ਰਹੇ ਸੀ ਬੰਦੇ ਤਾਂ ਜਿਹੜੀਆਂ ਪੰਥਕ ਧਿਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਉਹਨਾਂ ਨੇ ਉਸ ਪੱਧਰ ਦੇ ਉੱਤੇ ਨਹੀਂ ਕੀਤਾ। ਹਿਊਮਨ ਰਾਈਟਸ ਮਨੁੱਖਤਾ ਦਾ ਸਵਾਲ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿਸੇ ਦੂਜੇ ਧਿਰ ਲਈ ਜਿਹਦੇ ਨਾਲ ਉਹ ਵਿਚਾਰਧਾਰਕ ਵਿਰੋਧੀ ਵੀ ਨੇ ਉਹਦੇ ਲਈ ਜਾ ਕੇ ਸਿਰ ਦਿੰਦੇ ਨੇ ਜਾ ਕੇ, ਤੇ ਅਸੀਂ ਕਿੱਥੇ ਖੜੇ? ਅਸੀਂ ਤਾਂ ਮਤਲਬ ਅਸੀਂ ਵਿਚਾਰਧਾਰਾ ਤੇ ਨਹੀਂ ਖੜੇ, ਅਸੀਂ ਆਪਣੀ ਹਉਮੈ ਤੇ ਖੜੇ ਆ, ਆਪਣੇ ਛੋਟੇ ਮੋਟੇ ਟੋਟੇ ਬਣਾ ਕੇ ਖੜੇ ਆ, ਸੈਗਮੈਂਟ ਤੇ ਖੜੇ ਆ ਤੇ ਉਹਦੇ ਚੋਂ ਹੀ ਬਾਹਰ ਨਹੀਂ ਆ ਰਹੇ ਅਜੇ। ਔਰ ਇਸ ਲਈ ਪੰਜਾਬ ਬਚੂਗਾ ਤਾਂ ਜੇ ਗੁਰੂ ਸਾਹਿਬਾਨ ਦਾ ਇੱਕ ਐਡਾ ਵੱਡਾ ਦਾਇਰਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਸਿਰਜਿਆ ਗਿਆ, ਜਿਹੜਾ ਮਾਨਵਤਾ ਦੇ ਲਈ ਸਿਰਜਿਆ ਗਿਆ, ਜਿਹੜਾ ਨਾ ਕੇਵਲ ਮਨੁੱਖਤਾ ਦੀ ਗੱਲ ਕਰਦਾ, ਪੂਰੇ ਬ੍ਰਹਿਮੰਡ ਪੂਰੀ ਕਾਇਨਾਤ ਦੀ ਗੱਲ ਕਰਦਾ ਕਿ ਜੇ ਪੂਰੀ ਨੇਚਰ ਬਚੂਗੀ, ਕਾਇਨਾਤ ਬਚੇਗੀ, ਉਹਦੇ ਪਸਾਰੇ ਦੇ ਵਿੱਚ ਬੰਦਾ ਜਿੰਦਾ ਰਹਿ ਸਕਦਾ। ਤੇ ਸਾਨੂੰ ਓਡਾ ਮੋਕਲਾ ਤੇ ਓਡਾ ਵੱਡਾ ਵਿਸ਼ਾਲ ਇੱਕ ਵਿਚਾਰਧਾਰਕ ਚੌਕਠਾ ਚਾਹੀਦਾ। ਉਹਨੂੰ ਸਮਝ ਕੇ ਹੀ ਤਾਂ ਅਸੀਂ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਨੇ, ਕੁਦਰਤ ਕਾਹਦੇ 'ਚ ਜਿਉਂਦੀ ਹੈ? ਕੁਦਰਤ ਬਨਸਵੰਨਤਾ 'ਚ ਜਿਉਂਦੀ ਹੈ। ਬਨਸਵੰਨਤਾ ਜਿੰਨੀ ਜ਼ਿਆਦਾ ਰਹੂਗੀ ਉਨੀ ਇਸੇ ਲਈ ਟਿਕਾਊ ਹੈ। ਹੁਣ ਕਿਉਂ ਪ੍ਰੋਬਲਮ ਆ ਰਹੀ ਹੈ ਇਸ ਧਾਰਨਾ 'ਚ? ਹੁਣ ਮੋਦੀ ਕੇਵਲ ਬਨਸਵੰਨਤਾ ਨੂੰ ਖਤਮ ਕਰਕੇ ਉਹ ਹਿੰਦੂਤਵੀ ਏਜੰਡਾ ਲਿਆ ਰਿਹਾ ਹੈ। ਹਿੰਦੂਤਵੀ ਏਜੰਡੇ 'ਚੋਂ ਕਾਮਰੇਡਾਂ ਦੇ ਵੀ ਖਿਲਾਫ ਹੈ, ਇਹਨੂੰ ਵੀ ਖਤਮ ਕਰ ਦਿਓ। ਉਹ ਸਿੱਖਾਂ ਦੇ ਵੀ ਖਿਲਾਫ ਹੈ। ਸਿੱਖਾਂ ਉਦੋਂ ਬਾਅਦ ਆਉਂਦੇ ਨੇ, ਵੈਸੇ ਸਭ ਤੋਂ ਜ਼ਿਆਦਾ ਮੁਸਲਮਾਨਾਂ ਦੇ ਖਿਲਾਫ ਹੈ। ਜਿਸ ਪੱਧਰ ਦੇ ਉੱਤੇ ਮੁਸਲਮਾਨਾਂ ਪ੍ਰਤੀ ਉਹ ਓਪਨਲੀ ਕਹਿ ਕੇ ਕਰਦਾ, ਵੈਸੇ ਉਹ ਸਾਰੀਆਂ ਘੱਟ ਗਿਣਤੀਆਂ ਦੇ ਖਿਲਾਫ ਹੈ। ਕਿਉਂਕਿ ਜਦੋਂ ਇੱਕ ਵਾਦੀ ਸਭ ਦੀ ਆਣੀ ਹੈ, ਇਹ ਸਮਝ ਲੈਣਾ ਆ ਰਹੀ ਹੈ, ਆਉਣੀ ਕਿਉਂ ਨਹੀਂ ਆ ਰਹੀ? ਇਦੋਂ ਪਹਿਲਾਂ ਹੀ ਜਦੋਂ ਜੰਮੂ ਕਸ਼ਮੀਰ ਤੋੜਿਆ, ਕੇਂਦਰ ਸ਼ਾਸਤ ਪ੍ਰਦੇਸ਼ ਬਣਾਤਾ ਉਹਦੇ 'ਚ, ਔਰ ਸਾਡੇ ਇਸੇ ਕਰਕੇ ਤਾਂ ਸਵਾਲ ਹੈ ਕਿ ਸਾਡੀਆਂ ਪਾਰਟੀਆਂ ਨੇ ਵੀ ਜਿਹੜੀਆਂ ਪੰਜਾਬ ਦੀਆਂ ਨੇ, ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਆਪ ਹੋਵੇ, ਉਹਦੇ ਪੱਖ 'ਚ ਵੋਟ ਪਾਤੀ ਹੈ, ਮੋਦੀ ਦੇ ਪੱਖ ਦੇ ਵਿੱਚ ਵੋਟ ਹੈ ਨਾ। ਔਰ ਤੁਸੀਂ ਉਦੋਂ ਨਹੀਂ ਪਛਾਣਿਆ ਤੇ ਇਸੇ ਲਈ ਉਦੋਂ ਬਾਅਦ ਕਈ ਲੋਕ ਇਹ ਕਹਿੰਦੇ ਸੀ ਕਿ ਜੰਮੂ ਕਸ਼ਮੀਰ ਤੋਂ ਬਾਅਦ ਵਾਰੀ ਪੰਜਾਬ ਦੀ ਹੈ। ਆ 3 ਕਾਨੂੰਨਾਂ ਕਰਕੇ ਪੰਜਾਬ ਦੀ ਵਾਰੀ ਆ ਹੀ ਰਹੀ ਹੈ ਇੱਕ ਤਰੀਕੇ ਨਾਲ ਨਾ, ਚਾਹੇ ਉਵੇਂ ਨਹੀਂ ਆਈ। ਅਸੀਂ ਲੜਦੇ ਹਾਂ ਆਪਸ 'ਚ, ਅਸੀਂ ਆਪਸ ਦੇ ਵਿੱਚ ਉਸ ਲਈ ਲੜਦੇ। ਇਸ ਲਈ ਜਦੋਂ ਹੋਣ ਦਾ ਸਵਾਲ ਹੁੰਦਾ, ਜਦੋਂ ਸੰਕਟ ਐਡਾ ਆ ਜਾਂਦਾ ਕਿ ਤੁਹਾਡੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ, ਉਦੋਂ ਬਖਰੇਵੇਂ ਫਿਰ ਵੀ ਹੁੰਦੇ ਨੇ, ਪਰ ਬਖਰੇਵੇਂ ਛੱਡ ਕੇ ਇਕਾਈ ਦੇ ਤੌਰ ਤੇ ਲੜਦੇ ਨੇ ਲੋਕ। ਬਾਅਦ 'ਚ ਜਦੋਂ ਜਿੱਤ ਲਿਆ ਗਿਆ ਉਦੋਂ ਆਪਣਾ ਪੋਲਿਟਿਕਸ ਕਰ ਲਿਓ, ਉਸ ਪੋਲਿਟਿਕਸ ਦੇ ਵਿੱਚ ਆਊਗੀ, ਉਹ ਨਾਲ ਚਰਚਾ ਕਰਦੇ ਰਹੋ, ਪਰ ਆਪਣੇ ਮੰਚਾਂ ਤੋਂ। ਇਹ ਨਾ ਕਹੋ ਕਿ ਇਹ ਮੋਰਚੇ ਦੀ ਆ ਸਮਝ ਹੋਣੀ ਚਾਹੀਦੀ ਹੈ, ਇਹ ਮੋਰਚੇ 'ਚ ਐ ਹੋਣਾ ਚਾਹੀਦਾ, ਇਹ ਮੋਰਚੇ 'ਚ ਆਪਣੀ ਗੱਲ ਆਪਣੇ ਬੈਨਰ ਤੋਂ ਦੱਸਣ ਦੀ ਸਭ ਨੂੰ ਇਜਾਜ਼ਤ ਹੈ। ਪਰ ਹੁਣ ਜਿਹੜਾ ਇੱਕ ਨਵਾਂ ਟ੍ਰੈਂਡ, ਇਹ ਸਾਰਾ ਸਿਸਟਮ ਸ਼ੁਰੂ ਹੋ ਰਿਹਾ ਕਿ ਆਪਣੇ ਹੀਰੋ ਹੋਣਗੇ, ਆਪਣੇ ਹੀਰੋ ਦਾ ਆਪਾਂ ਹੁਣ ਫੰਕਸ਼ਨ ਕਰਾਂਗੇ, ਉਹ ਤਾਂ ਫਿਰ ਵੰਡਿਆ ਹੀ ਜਾਊਗਾ। ਫਿਰ ਤਾਂ ਹੀਰੋ ਇਤਿਹਾਸ ਦੇ ਵਿੱਚ ਤਾਂ ਤੁਹਾਡਾ ਟਕਰਾਅ ਹੈ, ਦੋ ਧਿਰਾਂ ਦਾ ਇੱਕ ਟਕਰਾਅ ਹੈ ਸਾਡੇ ਪੰਜਾਬ ਦੇ ਮਾਮਲੇ ਦੇ ਵਿੱਚ। ਉਹ ਟਕਰਾਅ ਮੂਹਰੇ ਆਉਂਦਾ ਰਹੂਗਾ ਤੇ ਸਾਂਝੀ ਗੱਲ ਪਿੱਛੇ ਜਾਂਦੀ ਰਹੂਗੀ। ਜਿਹੜੀ ਵੀ ਚੀਜ਼, ਜਿਹੜਾ ਵੀ ਐਕਸ਼ਨ ਸਾਂਝੀ ਗੱਲ ਨੂੰ ਤੋੜਦਾ ਤੇ ਇੰਡੀਵਿਜੂਅਲ ਗੱਲਾਂ ਨੂੰ ਸਾਹਮਣੇ ਲਿਆ ਕੇ ਇੱਕ ਦੋ ਉਦਾਹਰਨਾਂ ਨੂੰ ਉਹਦੇ 'ਚ ਬਖੇੜਾ ਪਾਉਂਦਾ ਹੈ, ਉਹ ਅੱਜ ਦੇ ਦੌਰ ਦੇ ਵਿੱਚ ਮੇਰਾ ਖਿਆਲ ਹੈ ਉਹ ਅੰਦੋਲਨ ਦੇ ਵੀ ਖਿਲਾਫ ਹੈ, ਉਹ ਪੰਜਾਬ ਦੇ ਵੀ ਖਿਲਾਫ ਹੈ, ਉਹ ਸਿੱਖੀ ਦੇ ਵੀ ਖਿਲਾਫ ਹੈ, ਉਹ ਕਾਮਰੇਡੀ ਦੇ ਵੀ ਖਿਲਾਫ ਹੈ, ਉਹ ਸਾਰੀ ਮਨੁੱਖਤਾ ਦੇ ਵੀ ਖਿਲਾਫ ਹੈ। ਅੱਛਾ, ਐਸਾ ਇੱਕ ਚੀਜ਼ਾਂ ਸਮਝ ਆਉਂਦੀਆਂ ਨੇ, ਸਿੱਖ ਇੱਕ ਧਰਮ ਹੈ, ਉਹ ਕਾਮਰੇਡ ਜਾਂ ਕਮਿਊਨਿਸਟ ਇੱਕ ਪਾਰਟੀ ਹੈ, ਆਪਾਂ ਉਹਨੂੰ ਪਾਰਟੀ ਕਹਿ ਸਕਦੇ ਹਾਂ। ਹੁਣ ਜੇ ਸਿੱਖਾਂ ਨਾਲ ਕਾਮਰੇਡ ਖਿਲਾਫ ਜਾਂ ਸਿੱਖਾਂ ਇੱਕ ਦੂਜੇ ਨੂੰ ਬੋਲਦੇ ਨੇ ਚੀਜ਼ਾਂ, ਜੇ ਅਸੀਂ ਇੱਥੋਂ ਫੇਲ ਹੋ ਗਏ ਆਪਸ ਦੇ ਵਿੱਚ ਲੜ ਕੇ, ਨੁਕਸਾਨ ਬਹੁਤ ਹੋ ਜਾਣਾ ਪੰਜਾਬ ਦਾ। ਫਿਰ ਇੱਥੋਂ ਲੜ ਕੇ ਆਉਂਦੇ ਨੇ, ਇਹ ਚੀਜ਼ਾਂ ਨੂੰ ਸਮਝ ਆਉਂਦੀਆਂ। ਜੋ ਸੋਸ਼ਲ ਮੀਡੀਆ ਦੇ ਇੱਕ ਦੋ ਚੱਲ ਪਿਆ, ਠੀਕ ਹੈ, ਇੱਕ IT ਸੈੱਲ ਵੀ ਹੋ ਸਕਦਾ, IT ਸੈੱਲ ਵੀ ਆਪਣਾ ਕੰਮ ਕਰਦੀ ਹੈ, ਪਰ ਅਸੀਂ ਆਪਸ ਕਿਉਂ ਬਹਿਸ ਪਏ ਹਾਂ? ਅਸੀਂ ਮੋਰਚੇ ਤੇ ਇਹੀ ਗੱਲ ਕਹਿ ਕੇ ਗਏ ਸੀ ਨਾ 26 ਨਵੰਬਰ ਨੂੰ, ਵੀ ਜੋ 32 ਜਥੇਬੰਦੀਆਂ ਕਹਿਣਗੇ ਅਸੀਂ ਉਹੀ ਕਰਾਂਗੇ। ਅਸੀਂ ਕੀਤਾ ਵੀ ਹੈ, ਅਸੀਂ 2 ਮਹੀਨੇ ਲਗਾਤਾਰ ਚੀਜ਼ਾਂ ਦੇਖੀਆਂ ਵੀ ਨੇ। ਅੱਜ ਇਹ ਲੜ ਪੈਂਦੇ ਨੇ ਕਾਮਰੇਡ ਤੇ ਸਿੱਖ ਆਪਸ ਦੇ ਵਿੱਚ, ਤਾਂ ਲੱਗਦਾ ਕਿ ਪੰਜਾਬ ਨੂੰ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ। ਅਸਲ ਦੇ ਵਿੱਚ ਜਦੋਂ ਅਸੀਂ ਇੱਕ ਗੱਲ ਇੱਥੋਂ ਚੱਲੇ ਸੀਗੇ ਦਿੱਲੀ ਨੂੰ, ਇਹ ਕਹਿ ਕੇ ਚੱਲੇ ਸੀ ਕਿ ਪੰਜਾਬ ਦੀ ਹੋਂਦ ਦਾ ਮਤਲਬ ਵਾਕਈ ਹੋਂਦ ਦਾ ਮਸਲਾ ਹੈ। ਇਹ ਜੇ ਕਾਨੂੰਨ ਪਾਸ ਹੋ ਰਹੇ ਜਿਸ ਤਰੀਕੇ ਦਾ, ਮਤਲਬ ਇਹ ਕੋਈ ਇੱਕ ਨਹੀਂ, ਇਹ ਪ੍ਰਕਿਰਿਆ ਹੈ। ਇਹ ਨੋਟਬੰਦੀ ਤੋਂ ਸ਼ੁਰੂ ਹੋਈ ਹੈ, GST ਤੋਂ ਆ ਕੇ CAA ਨਾਗਰਿਕ ਸੋਧ ਬਿੱਲ ਤੱਕ, ਕਿਰਤ ਕਾਨੂੰਨਾਂ 'ਚ ਸੋਧ ਤੱਕ, ਆ ਸਾਰੇ UAPA NIA, ਜੰਮੂ ਕਸ਼ਮੀਰ ਨੂੰ ਤੋੜ ਦੇਣਾ, ਇਹ ਸਾਰੀਆਂ ਹੀ ਚੀਜ਼ਾਂ ਰਲ ਕੇ ਉਰੇ ਤੱਕ ਆਉਂਦੀਆਂ ਨੇ। ਫਿਰ ਇਹ ਕਿ ਉਹਨਾਂ ਨੂੰ ਰਿਹਾ ਵੀ ਕਰੋਨਾ ਚੋਂ ਖੇਤੀ ਵਾਲਾ ਵੀ ਕੰਮ ਕੱਢ ਦਿਓ। ਪੰਜਾਬ ਦੇ ਵਿੱਚ ਜੇ ਖੇਤੀ ਚਲੀ ਜਾਂਦੀ ਹੈ, ਇਦੋਂ ਪਹਿਲਾਂ ਇੱਕ ਸਾਜ਼ਿਸ਼ ਤਾਂ ਪੰਜਾਬ ਦਾ ਪਾਣੀ ਮੁੱਕਣ ਜਾ ਰਿਹਾ।
ਔਰ ਪੰਜਾਬ ਦੇ ਵਿੱਚੋਂ ਜੀ ਨੌਜਵਾਨਾਂ ਦਾ ਪਹਿਲਾਂ ਹੀ ਲੱਗਣੋਂ ਹਟਿਆ ਹੋਇਆ। ਹੁਣ ਹਰੇਕ ਬੱਚੇ ਨੂੰ ਤੁਸੀਂ ਜਾ ਕੇ ਸਕੂਲਾਂ 'ਚ ਜਾਓ, +2 ਤੋਂ ਬਾਅਦ ਉਹ ਆਈਲੈਟਸ ਕਰਨਾ ਚਾਹੁੰਦਾ, ਬਾਹਰ ਭੱਜਣਾ ਚਾਹੁੰਦਾ। ਪੰਜਾਬ ਦੀ ਕਰੀਮ ਬਾਹਰ ਭੱਜ ਰਹੀ ਹੈ। ਜਿਹੜਾ ਹੁਨਰਮੰਦ ਬੰਦਾ ਸੀ, ਸਕਿੱਲ ਸੀ, ਪੜ੍ਹ ਲਿਖ ਸਕਦਾ ਸੀ, ਜਿਹਨੇ ਇੱਥੇ ਲੀਡਰੀ ਕਰਨੀ ਸੀ, ਜਿਹਨੇ ਲੋਕਾਂ ਨੂੰ ਅਗਵਾਈ ਦੇਣੀ ਸੀ, ਉਹ ਤਾਂ ਦੌੜ ਰਿਹਾ। ਐਡੇ ਵੱਡੇ ਸੰਕਟ 'ਚੋਂ ਹੁਣ ਤੱਕ ਅਸੀਂ ਗੁਜ਼ਰ ਰਹੇ ਹਾਂ। ਅਜੇ ਉਹਨੂੰ ਤਾਂ ਐਡਰੈਸ ਕਰਨਾ ਹੈ, ਉਹਨੂੰ ਅਸੀਂ ਸੰਬੋਧਿਤ ਨਹੀਂ ਹੋ ਰਹੇ ਅਜੇ। ਅਸੀਂ ਜੇਕਰ ਇਸ ਸਮੇਂ ਦੇ ਵਿੱਚ ਵੀ ਜਦੋਂ ਐਡਾ ਖਤਰਾ ਹੈ ਕਿ ਜਾਂ ਤਾਂ ਅਸੀਂ ਮਹਿਸੂਸ ਨਹੀਂ ਕਰ ਰਹੇ ਜਾਂ ਮਹਿਸੂਸ ਕਰਕੇ ਵੀ ਨਜ਼ਰਅੰਦਾਜ਼ ਕਰ ਰਹੇ ਹਾਂ ਆਪਣੇ ਜਿਵੇਂ ਕਹਿੰਦੇ ਨੇ ਧਰਮ ਨਾਲੋਂ ਧੜਾ ਜਦੋਂ ਪਿਆਰਾ ਹੋ ਜਾਂਦਾ ਹੈ, ਉਦੋਂ ਵੱਡੇ ਨੁਕਸਾਨ ਹਮੇਸ਼ਾ ਹੀ ਹੁੰਦੇ ਨੇ। ਔਰ ਧੜਿਆਂ ਦੀ ਜਿਹੜੀ ਲੜਾਈ ਹੁੰਦੀ ਹੈ ਇਹ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ। ਹੁਣ ਜੇ ਪੰਥਕ ਧਿਰਾਂ ਵੀ ਜਿਹੜੀਆਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕਰ ਰਹੀਆਂ ਨੇ, ਜੇ ਉਹਨਾਂ ਨੂੰ ਹੀ ਕਹਿ ਦਿਓ ਕਿ ਤੁਹਾਡੇ ਕੋਲ ਵੱਡੀਆਂ ਸੰਸਥਾਵਾਂ ਸੀ, ਮੰਨ ਤੁਹਾਡੇ ਕੋਲ ਅਕਾਲ ਤਖਤ ਸਾਹਿਬ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਸ਼੍ਰੋਮਣੀ ਅਕਾਲੀ ਦਲ ਸੀ, ਫਿਰ ਇੱਕ ਸਰਕਾਰ ਆਉਂਦੀ ਹੈ, ਉਹ ਚਾਰਾਂ ਦੇ ਵਿੱਚ ਐਡੇ ਵੱਡੇ ਵਿਗਾੜ ਤੱਕ ਕਿਉਂ ਪਹੁੰਚ ਗਿਆ? ਤੁਸੀਂ ਅੱਜ ਤੱਕ ਫਿਰ ਉਹਦੇ 'ਚ ਸਫਲ ਕਿਉਂ ਨਹੀਂ ਹੋਏ? ਕਿਉਂ ਨਹੀਂ ਕੀਤਾ ਇਹ ਕੰਮ? ਇਸੇ ਤਰ੍ਹਾਂ ਜੇਕਰ ਕਮਿਊਨਿਸਟਾਂ ਨੂੰ ਕਹਿ ਦਿਓ ਵੀ ਤੁਹਾਡਾ ਸਿਧਾਂਤ ਤਾਂ ਇੱਕ ਹੈ, ਮਾਰਕਸਵਾਦੀ ਹੈ ਸਾਰਾ, ਕਿਉਂ 10-10 12-12 ਪਾਰਟੀਆਂ ਬਣੀਆਂ ਫਿਰਦੀਆਂ ਨੇ? ਆਪਣੇ ਅੰਦਰਲੇ ਸਵਾਲਾਂ ਦੇ ਹੱਲ ਵੀ ਤਾਂ ਜਵਾਬ ਵੀ ਤਾਂ ਦੇਣੇ ਹੀ ਪੈਣਗੇ ਨਾ ਸਾਰਿਆਂ ਨੂੰ। ਔਰ ਉਹ ਜਵਾਬ ਦੇ ਲਿਓ। ਆਪਣੇ ਅੰਦਰ ਬਹਿਸਾਂ ਚੱਲਣੀਆਂ ਚਾਹੀਦੀਆਂ ਨੇ, ਚਰਚਾਵਾਂ ਹੋਣੀਆਂ ਚਾਹੀਦੀਆਂ ਨੇ, ਪਰ ਕਿਸੇ ਦੂਜੇ ਤੇ ਦੂਸ਼ਣਬਾਜ਼ੀ ਇਕੱਲੇ ਤੇ ਕਰਨਾ ਬਹੁਤ ਸੌਖਾ ਕੰਮ ਹੁੰਦਾ ਹੈ। ਜਿਹੜੀਆਂ ਆਪਣੀਆਂ ਕਮਜ਼ੋਰੀਆਂ ਨੇ ਉਹਨੂੰ ਸਾਹਮਣੇ ਰੱਖ ਕੇ ਡਿਸਕਸ ਕਰਨਾ। ਮੰਨ ਲਓ ਖਾੜਕੂਵਾਦ ਦਾ ਦੌਰ ਨਿਕਲਿਆ, ਕੀ ਪੰਜਾਬ ਦੇ ਵਿੱਚ ਕੋਈ ਸੀਰੀਅਸ ਪੱਧਰ ਦੀ ਬਹਿਸ ਹੋਈ ਹੈ ਕਿ ਉੱਥੇ ਸਾਡਾ ਕਿੰਨਾ ਨੁਕਸਾਨ ਹੋਇਆ? ਦੋਨੋਂ ਪਾਸੋਂ ਨਹੀਂ ਹੋਈ, ਦੋਨੋਂ ਪਾਸੋਂ ਨਹੀਂ ਹੋਈ। ਨਹੀਂ, ਪਹਿਲੀ ਗੱਲ ਤਾਂ ਇਹੀ ਹੈ ਕਿ ਜਦੋਂ ਅੰਦਰੂਨੀ ਕਰਨਾ ਹੁੰਦਾ ਨਾ, ਐਡਾ ਵੱਡਾ ਨੁਕਸਾਨ ਹੋ ਗਿਆ ਹੁੰਦਾ, ਉਹ ਤੇ ਇੱਕ ਨਿੱਠ ਕੇ ਬਹਿਸ ਹੋਣੀ ਹੁੰਦੀ ਹੈ। ਇਸੇ ਤਰ੍ਹਾਂ ਈਵਨ ਕਮਿਊਨਿਸਟ ਸਾਈਡ ਤੋਂ ਵੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਬਹੁਤ ਵੱਡਾ, ਤੇ ਇਸ ਖੇਤਰ ਦੇ ਵਿੱਚ ਤਾਂ ਘੱਟੋ ਘੱਟ ਨਿੱਠ ਕੇ ਬਹਿਸ ਨਹੀਂ ਹੋਈ ਕਿ ਕੀ ਨੁਕਸਾਨ ਹੋਇਆ। ਔਰ ਇਸੇ ਕਰਕੇ ਇਹ ਹੈ ਕਿ ਉਹ ਸੰਵਾਦ ਹਟ ਗਿਆ ਅਸਲ 'ਚ। ਜਦੋਂ ਨਿੱਠ ਕੇ ਤੁਸੀਂ ਪੁਰਾਣਾ ਨਹੀਂ ਆਇਆ ਕਹਿੰਦੇ ਇਤਿਹਾਸ ਤੇ ਪਰਦਾ ਪਾ ਕੇ ਅੱਗੇ ਚੱਲੀ ਜਾਓ, ਪਰਦੇ ਪਾ ਕੇ ਤਾਂ ਨਹੀਂ ਚੱਲਦਾ ਹੁੰਦਾ, ਪਰ ਸਾਰੀਆਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਕਰਨੀ ਹੁੰਦੀ ਹੈ। ਪੰਜਾਬ ਨੂੰ ਲੋੜ ਉਹਨਾਂ ਗੱਲਾਂ ਦੀ ਹੈ, ਜਦੋਂ ਉਹ ਚਰਚਾ 'ਚੋਂ ਨਿਕਲੇਗਾ ਤਾਂ ਸ਼ਾਇਦ ਕੁਝ ਬਦਲੇ ਹੋਏ ਮਨੁੱਖ ਤੇ ਬਦਲੀ ਹੋਈ ਅਪਰੋਚ ਆਏਗੀ। ਹੁਣ ਵੀ ਏਜੰਡੇ ਤੋਂ ਬਿਨਾਂ ਕੀ ਕਰੂ? ਜੇ ਸ਼ਕਲਾਂ ਨੇ, ਆਹ ਪੰਥਕ ਜਥੇਬੰਦੀਆਂ ਦੇ ਸ਼ਕਲਾਂ ਨੇ, ਮੰਨ ਲਓ ਕੋਈ ਕਹਿੰਦਾ ਜੀ ਆਏ ਬੰਦੇ ਨੂੰ ਲਿਆਓ ਅੱਗੇ, ਆਏ ਬੰਦੇ ਨੂੰ ਲਿਆਓ, ਆਹ ਬੰਦੇ ਤਾਂ ਪਹਿਲਾਂ ਵੀ ਬਥੇਰੇ ਆਏ ਨੇ। ਮਸਲਾ ਦਾ ਹੱਲ ਨਹੀਂ ਹੋਇਆ। ਬੰਦਾ ਮਹੱਤਵਪੂਰਨ ਹੈ ਜਾਂ ਏਜੰਡਾ? ਬੰਦਾ ਮਹੱਤਵਪੂਰਨ ਹੈ ਜਾਂ ਕੋਈ ਪ੍ਰੋਗਰਾਮ? ਇਹ ਤਾਂ ਦੱਸਣ ਕਿ ਪੰਜਾਬ ਦਾ ਨੁਕਸਾਨ ਕਿਉਂ ਹੋਇਆ। ਹੁਣ ਸਾਡੇ ਕੋਲ ਉਹਦੇ ਤੋਂ ਬਦਲਵਾਂ ਏਜੰਡਾ ਕੀ ਹੈ, ਉਸ ਏਜੰਡੇ ਲਈ ਅਸੀਂ ਕੀ ਤਿਆਰੀ ਕੀਤੀ ਹੈ, ਕਿੰਨੇ ਲੋਕਾਂ ਦੀ ਮਾਨਸਿਕਤਾ ਉਹਦੇ ਨਾਲ ਅਟੈਚ ਹੋਈ ਹੈ, ਤੇ ਉਹਦੇ ਤੇ ਕਿਸ ਤਰੀਕੇ ਦੇ ਨਾਲ ਅਸੀਂ ਸਟਰਕਚਰ ਖੜਾ ਕਰਾਂਗੇ, ਸਾਡੀ ਜਥੇਬੰਦਕ ਅਪਰੋਚ ਕਿਵੇਂ ਵੱਖਰੀ ਹੋਏਗੀ। ਜੇ ਇੱਕ ਬੰਦਾ ਹੈ ਉਹੀ ਡਿਕਟੇਟਰ ਆਪਦੀ ਗੱਲ ਕਹੀ ਜਾਂਦਾ, ਦੂਜਿਆਂ ਦਾ ਕੋਈ ਤਾੜਾ ਬਾਣਾ ਨਹੀਂ ਹੈ, ਤਾਂ ਉਹ ਕਿਹੜੀ ਡੈਮੋਕ੍ਰੇਸੀ ਹੈ? ਔਰ ਜੇ ਅਸੀਂ ਸਿੱਖੀ ਦੇ ਵਿੱਚ ਵੀ ਗੱਲ ਕਰਦੇ ਹਾਂ, ਜਿੱਥੇ ਸੰਗਤ ਦਾ, ਪੰਗਤ ਦਾ, ਲੰਗਰ ਦਾ ਇੱਕ ਰੁਝਾਨ ਹੈ, ਜਿੱਥੇ ਸੰਗਤ 21 ਵਿਸਵੇ, ਗੁਰੂ 20 ਵਿਸਵੇ, ਸੰਗਤ ਨੂੰ ਉਦੋਂ ਵੀ ਵੱਡਾ ਮੰਨਿਆ ਗਿਆ, ਤਾਂ ਕਿਹੜਾ ਸੰਗਤੀ ਰੂਪ ਹੈ ਜਿੱਥੇ ਅਸੀਂ ਬੈਠ ਕੇ, ਜੇ ਇਹੀ ਪੰਥਕ ਧਿਰਾਂ ਵੀ ਕਿਤੇ ਬੈਠੀਆਂ ਨੇ ਕਿ ਆਪਾਂ ਚਲੋ ਅਕਾਲ ਤਖਤ ਤੇ ਜਾਂ ਕਿਤੇ ਵੀ ਇਕੱਠੇ ਜਾ ਕੇ ਬੈਠਦੇ ਹਾਂ, ਆਪਾਂ ਵਿਚਾਰ ਕਰਦੇ ਹਾਂ ਇਸ ਅੰਦੋਲਨ ਬਾਰੇ, ਵਿਚਾਰ 'ਚੋਂ ਜਿਹੜੀ ਚੀਜ਼ ਨਿਕਲੂਗੀ ਉਹਦੇ ਤੇ ਆਪਾਂ ਫੈਸਲਾ ਕਰਾਂਗੇ। ਇਸੇ ਤਰ੍ਹਾਂ ਜਿਹੜੀਆਂ ਵੱਖ-ਵੱਖ ਖੱਬੇ ਧਿਰਾਂ ਨੇ, ਕੀ ਉਹ ਆਪਸ ਦੇ ਵਿੱਚ ਉਸ ਪੱਧਰ ਦੇ ਉੱਤੇ ਬੈਠ ਕੇ ਗੱਲ ਕਰਦੀਆਂ ਨੇ? ਬਲਕਿ ਮੈਨੂੰ ਤਾਂ ਇਹ ਲੱਗਦਾ ਕਿ ਇਕੱਲੇ ਵੀ ਕਿਉਂ, ਇਹ ਸਾਰੀਆਂ ਧਿਰਾਂ ਨੂੰ ਇਕੱਠੇ ਬੈਠ ਕੇ ਇੱਕ ਵਾਰ ਇੱਕ ਦੂਜੇ ਦੇ ਗਿਲੇ ਸਿਕਵੇ ਵੀ ਸੁਣਨੇ ਚਾਹੀਦੇ ਨੇ, ਬਿਨਾਂ ਗੁੱਸੇ ਹੋਏ ਸੁਣ ਲੈਣੇ ਚਾਹੀਦੇ ਨੇ। ਉਦੋਂ ਬਾਅਦ ਸੁਣ ਕੇ ਅੱਗੇ ਤੋਂ ਅੱਗੇ ਹੌਲੀ-ਹੌਲੀ ਆਪੋ ਆਪਣਾ ਇੰਪਰੂਵ ਕਰਕੇ, ਆਪਣਾ ਦੇਖ ਕੇ। ਪਰ ਕੋਈ ਕਹੇ ਕਿ ਇਹਨੂੰ ਖਤਮੇ ਕਰ ਦੇਣਾ, ਇਹ ਨਹੀਂ ਰਹੂ, ਉਹ ਨਹੀਂ ਰਹੂ, ਇਹ ਨਾ ਕਿਸੇ ਇੱਕ ਵਿਚਾਰ ਦੇ ਪੱਖ ਦੇ ਵਿੱਚ ਹੈ, ਨਾ ਪੰਜਾਬ ਦੇ ਪੱਖ 'ਚ, ਨਾ ਦੁਨੀਆ, ਨਾ ਮਨੁੱਖਤਾ ਦੇ ਪੱਖ ਦੇ ਵਿੱਚ। ਇਸ ਦੀ ਖੋਦ ਬੜਾ ਸਵਾਲ ਉੱਠਦਾ, ਕਹਿੰਦੇ ਵੀ ਕਮਿਊਨਿਸਟ ਜਿਹੜੇ ਕਾਮਰੇਡ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝ ਲੈਂਦੇ ਜਾਂ ਸਮਝ ਲੈਣ ਤਾਂ ਮੁੱਦੇ ਹੱਲ ਨੇ। ਉਹ ਸਿੱਖੀ ਵਾਲੇ ਵੀ ਜੇ ਕਾਮਰੇਡ ਦੀ ਵਿਚਾਰਤਾ ਨੂੰ ਸਮਝ ਲੈਣ ਤੇ ਕਿਤੇ ਮੁੱਦੇ ਹੱਲ ਹੋ ਜਾਣਗੇ। ਤੁਸੀਂ ਆਪਸ ਦੇ ਵਿੱਚ ਵਿਚਾਰ ਚਰਚਾ ਕਰ ਸਕਦੇ ਹੋ, ਪਰ ਇੱਕ ਦੂਜੇ ਤੇ ਬਲੇਮ ਕਰੋਗੇ, ਉਹ ਨੁਕਸਾਨ ਕਿਸਾਨੀ ਦਾ ਵੀ ਤੇ ਨੁਕਸਾਨ ਪੰਜਾਬ ਦਾ ਵੀ ਹੈ। ਕਿ ਲੱਗਦਾ ਦੋਨਾਂ ਨੂੰ ਬੈਠ ਕੇ ਸਮਝ ਲੈਣਾ ਚਾਹੀਦਾ ਵੀ ਜੇ ਤੁਸੀਂ ਆਪਸ 'ਚ ਬੋਲੋਗੇ ਨੁਕਸਾਨ ਕਿਸਾਨੀ ਦਾ ਹੀ ਹੋ ਰਿਹਾ, ਪੰਜਾਬ ਦਾ ਹੀ ਹੋ ਰਿਹਾ। ਜੇ ਇੰਨੀ ਉੱਚੀ ਸਾਡੇ ਸਮਝ ਆ ਜਾਂਦੀ ਹੈ, ਸ਼ਾਇਦ ਅਸੀਂ ਸੋਸ਼ਲ ਮੀਡੀਆ ਤੋਂ ਚੀਜ਼ਾਂ ਚੱਲਦੀਆਂ ਪਈਆਂ ਨੇ ਜਾਂ ਸਟੇਜਾਂ ਤੋਂ ਵੀ ਗੱਲਾਂ ਹੁੰਦੀਆਂ ਨੇ, ਉਹ ਚੀਜ਼ਾਂ ਨਾ ਹੋਣ। ਨਹੀਂ, ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਅਸੀਂ ਨਹੀਂ ਸਮਝਿਆ ਇਹ ਇੱਕ ਦੂਜੇ ਨੂੰ। ਇਹ ਮਤਲਬ ਖੱਬੇ ਪੱਖੀਆਂ ਦੇ ਵਿੱਚ ਵੀ ਬਹੁਤ ਵੱਡਾ ਡਰਾਬੈਕ ਰਿਹਾ ਕਿ ਉਹਨੇ ਗੁਰਬਾਣੀ ਨੂੰ ਸਮਝਣ ਦਾ ਜਾਂ ਪੜ੍ਹਨ ਦਾ ਜਾਂ ਉਹਦੇ ਵਾਲੇ ਧਿਆਨ ਹੀ ਨਹੀਂ ਦਿੱਤਾ। ਇਹ ਲੱਗਿਆ ਕਿ ਇਹ ਤਾਂ ਜੀ ਧਾਰਮਿਕ ਸਾਈਡ ਲੈ ਜਾਊਗੀ, ਬਾਕੀ ਹੋ ਜਾਊਗੀ। ਔਰ ਦੂਜਿਆਂ ਨੇ ਵੀ ਇਹੀ ਕਹਿ ਕੇ ਬਾਹਰੋਂ ਆਏ ਨੇ, ਕਾਮਰੇਡ ਨੇ, ਨਾਸਤਕ ਨੇ, ਛੱਡੋ ਪਰਾਂ ਇਹਨਾਂ ਦਾ ਕੀ ਹੈ, ਇਹ ਤਾਂ ਆਪਾਂ ਨਹੀਂ ਸਮਝ ਲੈ। ਇੱਕ ਦੂਜੇ ਨਾਲ ਵਿਚਾਰਤਾ ਕਰਨੀ ਚਾਹੀਦੀ ਨਾ। ਨਹੀਂ, ਸਮਝਣ ਲਈ ਇਹ ਵੀ ਹੁੰਦਾ ਕਿ ਤੁਸੀਂ ਪੜ੍ਹ ਵੀ ਸਕਦੇ ਹੋ ਇੱਕ ਦੂਜੇ ਨੂੰ, ਇੱਕ ਦੂਜੇ ਨਾਲ ਵਿਚਾਰ ਵੀ ਕਰ ਸਕਦੇ ਹੋ, ਔਰ ਵਿਚਾਰਕ ਚਰਚਾ ਵੀ ਹੋ ਸਕਦੀ ਹੈ, ਸਾਰੀਆਂ ਚੀਜ਼ਾਂ ਨੇ। ਪਰ ਇੱਕ ਗੱਲ ਬਹੁਤ ਦੇਖਣ ਵਾਲੀ ਹੈ ਕਿ ਸਾਰੀਆਂ ਧਿਰਾਂ ਦੇ ਪੰਜਾਬ 'ਚ ਹੋਣ ਦੇ ਬਾਵਜੂਦ ਜਿਹੜਾ ਖਾੜਕੂਵਾਦ ਦਾ ਦੌਰ ਹੈ 97 ਤੋਂ ਬਾਅਦ, ਇਹ ਗੱਲ ਸਾਨੂੰ ਸਾਰਿਆਂ ਨੂੰ ਬੈਠ ਕੇ ਸੋਚਣੀ ਪਏਗੀ
ਕਿ ਪੰਜਾਬ ਦੇ ਵਿੱਚ ਬੁਨਿਆਦੀ ਤਬਦੀਲੀ ਆਈ ਕੀ ਹੈ 97 ਤੋਂ ਬਾਅਦ, ਖਾਸ ਤੌਰ ਦੇ ਉੱਤੇ ਜਦੋਂ ਖਾੜਕੂ ਬਾਅਦ ਇੱਕ ਲੈਵਲ ਦਾ ਦਬਾਅ ਦਿੱਤਾ ਜਾਂਦਾ ਹੈ, ਮੁੰਡੇ ਮਾਰ ਦਿੱਤੇ ਜਾਂਦੇ ਨੇ, ਮੂਵਮੈਂਟ ਖਤਮ ਹੋ ਜਾਂਦੀ ਹੈ, ਬਾਕੀ ਦੇ ਧਿਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਾਂਤੀ ਲਿਆਤੀ। ਇਹਦੇ ਤੋਂ ਬਾਅਦ ਕੀ ਹੋਇਆ? 3-4 ਫੈਕਟਰ ਸਾਡੇ ਸਾਹਮਣੇ ਆਏ ਨੇ। ਸਭ ਤੋਂ ਪਹਿਲਾ ਸੈਕਟਰ ਇਹ ਹੈ ਕਿ ਪੰਜਾਬ ਦੇ ਵਿੱਚ ਕਰਜ਼ੇ ਦੇ ਬੋਝ ਕਰਕੇ, ਭਾਈਚਾਰਾ ਟੁੱਟਣ ਕਰਕੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰਨ ਲੱਗੇ। ਪਹਿਲੀ ਵਾਰ ਕਰਜ਼ਾਈ ਨਹੀਂ ਹੋਇਆ ਪੰਜਾਬ ਦਾ ਕਿਸਾਨ। 1925 ਦੀ ਐਮ ਐਲ ਡਾਰਲਿੰਗ ਦੀ ਕਿਤਾਬ ਹੈ ਜਿਹੜਾ ਕਹਿੰਦਾ ਸੀ ਕਿ ਪੰਜਾਬ ਦਾ ਕਿਸਾਨ ਕਰਜ਼ੇ 'ਚ ਜੰਮਦਾ, ਕਰਜ਼ੇ 'ਚ ਜਿਉਂਦਾ, ਕਰਜ਼ੇ 'ਚ ਮਰ ਜਾਂਦਾ। ਔਰ ਉਦੋਂ ਤੋਂ ਹੀ ਹੈ, ਪਰ ਉਹ ਸੁਈਸਾਈਡ ਨਹੀਂ ਸੀ ਕਰਦਾ, ਉਹ ਲੜਦਾ ਸੀ, ਲੜ ਕੇ ਕਾਨੂੰਨ ਬਦਲਵਾਉਂਦਾ ਸੀ। ਉਹ 97 ਤੋਂ ਬਾਅਦ ਇੰਨਾ ਨਿਰਾਸ਼ ਕਿਉਂ ਹੋ ਗਿਆ ਕਿ ਉਹ ਆਪਦੇ ਗਲ ਫਾਹਾ ਪਾਉਂਦਾ, ਸਲਫਾਸ ਖਾ ਜਾਂਦਾ? ਕੀ ਅਸੀਂ ਇਹ ਉਤਸ਼ਾਹ ਦਿੱਤਾ ਉਹਨੂੰ? ਅਸੀਂ ਕਿਉਂ ਨਹੀਂ ਸਾਰੀ ਲੀਡਰਸ਼ਿਪ, ਸਾਰੀਆਂ ਚਾਹੇ ਕੋਈ ਜਿਹੜੀਆਂ ਮਰਜ਼ੀ ਜਥੇਬੰਦੀਆਂ ਹੋਣ, ਉਹਦਾ ਅੰਦਰੋਂ ਕਿਉਂ ਤੋੜਤਾ? ਜਿਹੜਾ ਸਾਰੀ ਜ਼ਮੀਰ ਤੋਂ ਉਹ ਹਥੀਣਾ ਕਿਉਂ ਹੋ ਗਿਆ ਬੰਦਾ? ਅਗਲੀ ਗੱਲ ਇਹ ਹੈ ਕਿ ਉਹੀ ਦੌਰ ਸੀ ਜਦੋਂ ਅਸੀਂ ਸਾਂਝੇ ਤੌਰ ਤੇ ਲੜਨ ਦੀ ਬਜਾਏ, ਜਦੋਂ ਅਸੀਂ ਇਕੱਠੇ ਹੋ ਕੇ ਕੁਰਬਾਨੀਆਂ ਕਰਨ ਦੀ ਬਜਾਏ ਵਿਅਕਤੀਗਤ ਰੂਟ ਲੈ ਲਿਆ। ਪੋਲੀਟੀਕਲ ਅਸਾਈਲਮ ਵੀ ਲਈ ਬਹੁਤ ਮੁੰਡਿਆਂ ਨੇ ਇੱਥੋਂ ਬਚਣ ਦੇ ਕਰਕੇ ਬਾਹਰ, ਕੋਈ ਜਰਮਨ ਚਲਾ ਗਿਆ, ਬੈਲਜੀਅਮ ਚਲਾ ਗਿਆ, ਵੱਖ-ਵੱਖ ਕੇ ਇੱਥੇ ਮਾਰ ਦੇਣਗੇ। ਕੋਈ ਰੂਲ ਆਫ ਲਾ ਨਹੀਂ, ਕੋਈ ਕੋਰਟ ਨਹੀਂ, ਕੋਈ ਕੁਛ ਨਹੀਂ। ਉਦੋਂ ਬਾਅਦ ਫਿਰ ਇੱਕ ਦੌਰ ਥੋੜ੍ਹਾ ਜਿਹਾ ਇਹੋ ਜਿਹਾ ਆਇਆ ਕਿ ਅਸੀਂ ਬਹੁਤ ਛੋਟੀ ਉਮਰ ਦੀਆਂ ਆਪਣੀਆਂ ਕੁੜੀਆਂ ਨੂੰ 50-50 ਸਾਲ ਦੇ ਬੰਦਿਆਂ ਨਾਲ ਵਿਆਹਤਾ ਉੱਧਰ ਕਿ ਇੱਕ ਵਾਰ ਵਿਦੇਸ਼ ਚਲਾ ਜਾਵੇ, ਕੱਲ੍ਹ ਨੂੰ ਮੁੰਡੇ ਨੂੰ ਵੀ ਲੈ ਜਾਏਗੀ, ਕੁੜੀ ਨੂੰ ਵੀ ਲੈ ਜਾਏਗੀ। ਉਹਨੇ ਸਾਡਾ ਅਖਲਾਕ ਮਾਰਤਾ ਹੈ ਪੰਜਾਬੀ ਦਾ। ਪੰਜਾਬੀ ਕਾਹਦੇ ਲਈ ਜਿਉਂਦਾ? ਉਹ ਕਹਿੰਦਾ ਮੇਰੇ ਕੋਲ ਅਣਖ ਹੈ, ਮੇਰੇ ਕੋਲ ਅਖਲਾਕ ਹੈ। ਜਦੋਂ ਅਣਖ ਤੇ ਅਖਲਾਕ ਤੁਹਾਡਾ ਕੰਪਰੋਮਾਈਜ਼ ਹੋ ਗਿਆ ਆਪਸ ਦੇ ਵਿੱਚ, ਕਾਗਜ਼ੀ ਮੈਰਜੇ ਕਰਕੇ, ਤਾਂ ਤੁਸੀਂ ਕਿਵੇਂ ਲੜੋਗੇ? ਅੱਖ 'ਚ ਅੱਖ ਕਿਵੇਂ? ਚਿੜੀ ਬਾਜ ਨਾਲ ਲੜੂਗੀ ਕਿਵੇਂ? ਅਖਲਾਕ ਦੇ ਆਧਾਰ ਤੇ ਲੜਦੀ ਹੈ, ਨਾ ਕਿ ਤਾਕਤ ਉਹਦੇ ਕੋਲ ਜ਼ਿਆਦਾ ਹੁੰਦੀ ਹੈ ਦੂਜੀ। ਔਰ ਇਸੇ ਕਰਕੇ ਉਦੋਂ ਬਾਅਦ ਫਿਰ ਕੀ ਹੋਇਆ? ਤੀਜੀ ਗੱਲ, ਜਦੋਂ ਦਾ ਆਈਲੈਟਸ ਖੋਲ੍ਹਿਆ, ਸਾਡਾ ਨੌਜਵਾਨ ਬਰੀਡ ਹਰ ਸਾਲ 1.5 ਲੱਖ ਬੱਚਾ ਬਾਹਰ ਜਾਂਦਾ। ਕਾਲਜ ਤੇ ਯੂਨੀਵਰਸਿਟੀਆਂ ਲੀਡਰਲੈਸ ਹੋ ਗਏ ਟੋਟਲੀ। ਕਾਲਜਾਂ ਯੂਨੀਵਰਸਿਟੀਆਂ 'ਚੋਂ ਲੀਡਰਸ਼ਿਪ ਜਿਹੜਾ ਇੱਕ ਲੜੀ ਸੀ ਪਹਿਲਾਂ ਕਿ 2 ਬੰਦੇ ਲੰਘ ਜਾਂਦੇ ਸੀ, 2 ਨਵੇਂ ਆ ਜਾਂਦੇ ਸੀ, 2 ਨਵੇਂ ਆ। ਉਦੋਂ ਬਾਅਦ ਪਾਰਟੀਆਂ ਨੂੰ ਇਹ ਫਾਇਦਾ ਹੋਇਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਲੀਡਰ ਬਣਾਉਣ ਦਾ ਮੌਕਾ ਮਿਲ ਗਿਆ। ਪਾਰਟੀਆਂ ਤੇ ਕਬਜ਼ਾ ਹੋ ਗਿਆ ਪਰਿਵਾਰਾਂ ਦਾ, ਔਰ ਪਰਿਵਾਰਾਂ ਦੇ ਕਬਜ਼ੇ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜੀ ਨਵੀਂ ਲੀਡਰਸ਼ਿਪ ਨੇ ਜਨਮ ਲੈਣਾ ਸੀ ਉਹ ਲਗਭਗ ਬੰਦ ਹੋ ਗਈ ਹੈ। ਉਹੀ ਕੂੜਾ ਕਰਕਟ ਨਾਲ ਪੋਲਿਟਿਕਸ ਭਰ ਗਈ ਅਸਲ ਦੇ ਵਿੱਚ ਆ ਕੇ। ਡਾਰਬਨ ਦਾ ਸਿਧਾਂਤ ਹੈ ਕਿ ਜੇਕਰ ਤੁਸੀਂ ਖਲਾ ਨੂੰ ਠੀਕ ਤਰੀਕੇ ਨਾਲ ਨਹੀਂ ਭਰੋਗੇ ਤਾਂ ਚਾਹੇ ਉਹ ਕੂੜੇ ਕਰਕਟ ਨਾਲ ਭਰੇ, ਉਹਨੇ ਖਲਾ ਨਹੀਂ ਰਹਿਣਾ ਤੇ ਉਹਨੇ ਭਰ ਜਾਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪੰਜਾਬ ਦੇ ਸਿਆਸੀ ਕਲਚਰ ਦੇ ਵਿੱਚ, ਪੰਜਾਬ ਦੇ ਸੱਭਿਆਚਾਰ ਦੇ ਵਿੱਚ, ਪੰਜਾਬ ਦੀ ਸਮਾਜਿਕਤਾ ਦੇ ਵਿੱਚ ਕੂੜਾ ਕਰਕਟ ਭਰ ਗਿਆ ਉਹ ਪੂਰੇ ਸਮੇਂ ਦੇ ਵਿੱਚ। ਇਹ ਸਾਰਾ ਸਾਡੇ ਸਾਹਮਣੇ ਮਾਨ। ਔਰ ਸਾਡੀਆਂ ਸਾਰੀਆਂ ਸੋਚਾਂ ਨੇ ਜਿਹੜੀਆਂ, ਚਾਹੇ ਉਹ ਸਿੱਖ ਫਿਲਾਸਫੀ ਹੈ, ਉਹ ਕਹਿੰਦੀ ਹੈ ਜਾਤ ਪਾਤ ਨਹੀਂ ਹੋਣੀ ਚਾਹੀਦੀ, ਜਾਤ ਪਾਤ ਦੇ ਖਿਲਾਫ ਹੈ। ਫਿਰ ਇੰਨੇ ਗੁਰਦੁਆਰੇ, ਇੰਨੀਆਂ ਕ੍ਰਿਮੀਨੇਸ਼ਨ ਗਰਾਊਂਡ ਕਿਉਂ ਬਣੇ ਨੇ? ਜੇ 1920 'ਚ 20 ਅਕਤੂਬਰ 1920 ਨੂੰ ਕਰਤਾਰ ਸਿੰਘ ਝੱਬਰ ਵਰਗੇ ਜਥੇਦਾਰ ਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਾਰੇ ਮਿਲ ਕੇ ਬਾਕੀ ਦਲਤਾਂ ਨੂੰ, ਸਾਰੇ ਹਜੂਮ ਨੂੰ ਨਾਲ ਲੈ ਕੇ ਉੱਥੋਂ ਮਹੰਤਾਂ ਨੂੰ ਭਜਾ ਸਕਦੇ ਨੇ ਕਿ ਤੁਸੀਂ ਇਹ ਪ੍ਰਸਾਦ ਕਿਉਂ ਨਹੀਂ ਲੈਂਦੇ, ਤਾਂ ਉਦੋਂ ਬਾਅਦ ਦਾ ਸਾਡਾ ਕਿਰਦਾਰ ਅੱਜ ਕਿੱਥੇ ਹੈ? ਪਿੰਡ ਅਜੇ ਵੀ ਦਲਤ ਵਿਹੜਿਆਂ ਦੇ ਵਿੱਚ ਸਾਡਾ ਕਿਉਂ ਕਿਸਾਨੀ ਕਾਰਕੁਨ ਜਾਣ ਲਈ ਤਿਆਰ ਨਹੀਂ ਉਸ ਪੱਧਰ ਦੇ ਉੱਤੇ? ਅਜੇ ਵੀ ਜਿਹੜੇ ਪੰਥਕ ਕਹਾਉਣ ਵਾਲੇ ਸਾਰੇ ਬੰਦੇ ਨੇ ਉਹ ਕਿਉਂ ਉਹਨਾਂ ਬੰਦਿਆਂ ਨੂੰ ਗੱਲ ਬੱਕੜੀ ਕਿਉਂ ਡੇਰੇ 'ਚ, ਕਿਉਂ ਸੱਚੇ ਸੌਦੇ ਵਾਲੇ ਦੀ ਗੱਲ ਮੰਨ ਕੇ ਵੋਟ ਵੀ ਪਾ ਦਿੰਦੇ ਨੇ? ਸਾਰੇ ਕੁਝ ਨੇ ਉਧਰ ਵੀ ਤਾਂ ਸੋਚਣ ਦਾ ਸਵਾਲ ਹੈ। ਇਹ ਉਸ ਦੌਰ ਤੋਂ ਬਾਅਦ ਹੋਰ ਜ਼ਿਆਦਾ ਖਰਾਬ ਹੋਣ ਦੀਆਂ ਜਿਹੜੀਆਂ ਗੱਲਾਂ ਨੇ, ਜਿਹਨੂੰ ਪਲੱਗ ਨਹੀਂ ਕੀਤਾ, ਜਿਹਨੂੰ ਸੋਚਿਆ ਨਹੀਂ ਗਿਆ ਉਸ ਪੱਧਰ ਦੇ ਉੱਤੇ। ਇਸੇ ਕਰਕੇ ਇਹ ਜਿਹੜੇ ਮਾਹੌਲ ਨੇ, ਉਹ ਜਿਹੜਾ ਗੈਪ ਰਿਹਾ ਹੋਇਆ ਹੈ, ਉਸ ਗੈਪ ਨੂੰ ਭਰਨਾ ਚਾਹੀਦਾ। ਤੇ ਗੈਪ ਵਿਚਾਰਾਂ ਦੇ ਆਦਾਨ ਪ੍ਰਦਾਨ ਨਾਲ, ਕੁਝ ਕਹਿਣ ਤੇ ਕੁਝ ਸੁਣਨ ਨਾਲ ਹੀ ਭਰਿਆ ਜਾਣਾ ਹੈ। ਤੇ ਇਹ ਗੁਰੂ ਨਾਨਕ ਤੋਂ ਥਿੜਕੇ ਹੋਈ ਸੋਚ ਹੈ ਜਿਹੜੀ ਇੱਕ ਦੂਜੇ ਨਾਲ ਸੰਵਾਦ ਰਚਾਉਣ ਤੋਂ ਦੀ ਬਜਾਏ ਲੜਾਈ ਪਵਾਉਂਦੀ ਹੈ ਇਕੱਲੀ। ਮੈਂ ਇੱਕ ਛੋਟਾ ਜਿਹਾ ਕਮੈਂਟ ਤੁਹਾਡਾ ਚਾਹੂੰਗਾ। ਤੁਹਾਨੂੰ ਸਾਰੇ ਲੋਕ ਇਸ ਸਮੇਂ ਸੁਣਦੇ ਨੇ, ਦੇਖ ਵੀ ਦੇ ਨੇ। ਜੋ ਕਿਸਾਨੀ ਮੁੱਦਿਆਂ ਦੇ ਵਿੱਚ ਸਿੱਖ ਵਰਸਸ ਕਾਮਰੇਡ ਹੋਊਗਾ, ਸਿੱਖ ਵਰਸਸ ਕਾਮਰੇਡ ਚੱਲਦਾ ਰਹੂਗਾ, ਇਹ ਵੀ ਸਮਝਾ ਦੇ ਇਹਨਾਂ ਨੂੰ ਕਿ ਪੰਜਾਬ 'ਚ ਨੁਕਸਾਨ ਕੀ ਹੈ। ਕਿਉਂਕਿ ਬੜੇ ਸੋਸ਼ਲ ਮੀਡੀਆ ਚਰਚਾ ਚੱਲੀ ਹੋਈ, ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਰੱਖੀਆਂ ਨੇ, ਇਹ ਉਹ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਗੱਲ। ਜਿਹੜੇ ਇਸ ਸਮੇਂ ਕਹਿੰਦੇ ਨੇ ਵੀ ਕਾਮਰੇਡ ਇੱਦਾਂ ਕਰਦੇ ਨੇ, ਸਿੱਖ ਇੱਦਾਂ ਕਰਦੇ ਨੇ, ਉਹਨੂੰ ਸਮਝਾਉਣ ਦੀ ਵੀ ਲੋੜ ਹੈਗੀ ਹੈ। ਤੁਸੀਂ ਉਹਨਾਂ ਤਰਕ ਨਾਲ ਇਹ ਗੱਲ ਦੱਸੋ ਕਿ ਤੁਹਾਡਾ ਨੁਕਸਾਨ ਹੈ, ਤੁਹਾਡੀ ਆਉਣ ਵਾਲੀ ਪੁਸ਼ਤਾਂ ਦਾ ਨੁਕਸਾਨ ਹੈ, ਤੁਹਾਡੇ ਬੱਚਿਆਂ ਦਾ ਨੁਕਸਾਨ ਹੈ। ਤੁਸੀਂ ਜੇ ਆਪਸ ਵਿੱਚ ਕਿਸਾਨੀ ਅੰਦੋਲਨ ਵਿੱਚ ਸਿੱਖ ਕਾਮਰੇਡ ਕਰਕੇ ਲੜਦੇ ਰਹੇ ਨਹੀਂ, ਉਹ ਹੋਣਾ ਹੀ ਹੈ। ਦੇਖੋ, ਜਿੱਡੀ ਵੱਡੀ ਤਾਕਤ ਨਾਲ ਟੱਕਰ ਹੈ ਮੋਦੀ ਸਰਕਾਰ ਹੈ। ਮੋਦੀ ਸਰਕਾਰ ਅੱਜ ਤੱਕ ਇਹੀ ਕਹਿੰਦੀ ਆ ਰਹੀ ਹੈ ਕਿ ਉਹ ਜੋ ਫੈਸਲਾ ਲੈ ਲਿਆ ਪਿੱਛੇ ਨਹੀਂ ਹਟਦੀ। ਔਰ ਕਿੰਨੇ ਹੀ ਅੰਦੋਲਨ, ਸ਼ਾਹੀਨ ਬਾਗ ਦਾ ਅੰਦੋਲਨ ਚੱਲਿਆ, 101 ਦਿਨ ਚੱਲਿਆ ਸੀ, ਕਰੋਨਾ ਦੀ ਆੜ 'ਚੋਂ ਉਠਾ ਦਿੱਤਾ ਗਿਆ ਸੀ, ਔਰ ਨਾਗਰਿਕ ਸੋਧ ਦੇ ਬਿੱਲ ਦੇ ਮੁੱਦੇ ਤੇ। ਔਰ ਜਿੰਨੇ ਵੀ ਛੋਟੇ ਮੋਟੇ ਹੋਰ ਅੰਦੋਲਨ ਆ, ਇਹਨਾਂ ਨੇ ਕੁਝ ਨਹੀਂ ਕਿਹਾ। ਇਹ ਹਿੰਦੂ ਤਵੀ ਪੋਲਿਟਿਕਸ ਦੇ ਰਾਹੀਂ ਹਜੂਮ ਦੀਆਂ ਵੋਟਾਂ ਲੈਣੀਆਂ ਨੇ ਇੱਕ ਵਾਰ, ਉਦੋਂ ਬਾਅਦ ਕੋਈ ਨਹੀਂ। ਹੁਣ ਜੇ 2 ਮਈ ਨੂੰ ਜਿਹੜੀਆਂ ਵੋਟਾਂ ਪੈਣ ਦਾ ਰਿਜ਼ਲਟ ਆਊਗਾ ਉਹਦੇ ਤੇ ਨਿਰਭਰ ਕਰਦਾ। ਜੇ ਇਹ ਫਿਰ ਬਾਈ ਚਾਂਸ ਜਿੱਤ ਜਾਂਦੇ ਨੇ ਮੰਨ ਲਓ,
ਤਾਂ ਇਹਨਾਂ ਦਾ ਤਾਂ ਦਿਮਾਗ ਉੱਚਾ ਹੋ ਜਾਣਾ ਵੀ ਆਪਾਂ ਤਾਂ ਦੇਖੋ ਜੀ ਲੋਕ ਤਾਂ ਸਾਡੇ ਨਾਲ ਨੇ ਤੇ ਆਪਾਂ ਕੀ ਕਰਨਾ ਹੈ। ਜਦੋਂ ਜਾਇਦ ਨੂੰ ਸਭ, ਕਿਉਂਕਿ ਜਦ ਤਾਂ ਦਿਮਾਗ 'ਚ ਡੈਮੋਕ੍ਰੇਸੀ ਹੁੰਦੀ ਹੈ, ਜਮਹੂਰੀਅਤ ਹੁੰਦੀ ਹੈ, ਸੰਵੇਦਨਸ਼ੀਲਤਾ ਹੁੰਦੀ ਹੈ ਕਿ ਇੰਨੇ ਵੱਡੇ ਲੋਕ ਲੜ ਰਹੇ ਨੇ, ਮੇਰੀ ਇੱਕ ਜ਼ਿੰਮੇਵਾਰੀ ਹੈ। ਉਹ ਸੰਵੇਦਨਸ਼ੀਲਤਾ ਤਾਂ ਹੈ ਨਹੀਂ ਮੌਜੂਦਾ ਗਵਰਨਮੈਂਟ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ। ਤਾਂ ਹੁਣ ਜਿੰਨੀ ਤਾਕਤ ਹੈ, ਜੇ ਉਹ 'ਚੋਂ ਜੋ 4 ਬੰਦੇ ਵੀ ਕਰਦੇ ਨੇ, 10 ਬੰਦੇ ਵੀ ਕਰਦੇ ਨੇ, ਬਾਕੀ ਵੀ ਗੱਲ ਕਰਦੇ ਨੇ, ਉਹਦੇ 'ਚ ਉਹ ਕਮਜ਼ੋਰੀ ਆਉਂਦੀ ਹੈ। ਔਰ ਕਮਜ਼ੋਰੀ ਦੂਜੀ ਗੱਲ ਇਹ ਹੈ ਕਿ ਤੁਹਾਡਾ ਫੋਕਸ ਸ਼ਿਫਟ ਹੁੰਦਾ ਹੈ। ਫੋਕਸ ਇਹ ਹੈ ਕਿ ਕਿੱਥੇ ਤੱਕ ਗਵਰਨਮੈਂਟ ਦੇ ਖਿਲਾਫ ਲੋਕਾਂ ਦਾ ਮੂਡ ਬਣਦਾ ਹੈ, ਲੋਕਾਂ ਨੂੰ ਇੱਕ ਉਤਸ਼ਾਹ ਮਿਲਦਾ ਕਿ ਆਪਾਂ ਲੜ ਰਹੇ ਹਾਂ, ਕਿੱਥੇ ਆਪਸ ਦੇ ਵਿੱਚ ਅਸੀਂ ਲੜੀ ਜਾ ਰਹੇ ਹਾਂ, ਇਹ ਮਾੜਾ ਹੈ ਉਹ ਮਾੜਾ, ਤਾਂ ਟੋਟਲ ਤੁਹਾਡੀ ਊਰਜਾ ਜਿਹੜੀ ਹੈ, ਤੁਹਾਡਾ ਦਿਮਾਗ ਹੈ, ਤੁਹਾਡੀ ਸੋਚ ਹੈ, ਤੁਹਾਡੇ ਸਰੀਰਕ ਜਾਂ ਸਾਧਨਾਂ ਦੀ ਜਿਹੜੀ ਇੱਕ ਇਕੱਠਤਾ ਹੈ ਉਹ ਖਤਮ ਹੁੰਦੀ ਹੈ। ਜਦੋਂ ਉਹ ਖਤਮ ਹੁੰਦੀ ਹੈ ਤੁਸੀਂ ਕਮਜ਼ੋਰ ਹੋਗੇ। ਤੁਸੀਂ ਕਮਜ਼ੋਰ ਹੋਗੇ ਤਾਂ ਆਟੋਮੈਟਿਕਲੀ ਜਿਹੜਾ ਬਾਕੀ ਵਿਰੋਧੀ ਬੰਦਾ ਹੈ ਉਹ ਮਜ਼ਬੂਤ ਹੋ ਜਾਏਗਾ ਉਸੇ ਤਰੀਕੇ ਦੇ ਨਾਲ। ਇਸ ਲਈ ਇਹਨਾਂ ਚੀਜ਼ਾਂ ਤੋਂ ਬਹੁਤ ਵੱਡਾ ਗੁਰ ਹੈ ਜੇ ਇਹ ਅੰਦੋਲਨ ਹਾਰਦਾ। ਵੈਸੇ ਤਾਂ ਇਹ ਅੰਦੋਲਨ ਮੈਂ ਨਹੀਂ ਸਮਝਦਾ ਇਹ ਹਾਰਿਆ, ਇਹ ਹੁਣ ਤੱਕ ਵੀ ਜਿੱਤਿਆ ਹੋਇਆ ਅੰਦੋਲਨ ਹੈ। ਪਹਿਲੀ ਵਾਰ ਮੋਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ, 11 ਵਾਰ ਗੱਲ ਕਰਨੀ ਪਈ, 1.5 ਸਾਲ ਦਾ ਉਹਦੇ ਤੇ ਮੁਅੱਤਲ ਕਰਨ ਦੀ ਗੱਲ ਨੂੰ ਸਹਿਮਤੀ ਦੇਣੀ ਪਈ, ਤਜਵੀਜ਼ ਦੇਣੀ ਪਈ। ਅਜੇ ਤੱਕ ਵੀ ਉਹ ਕਹਿ ਰਹੇ ਨੇ ਉਹ ਤਜਵੀਜ਼ ਤਾਂ ਕਾਇਮ ਹੈ। ਤੇ ਇਸ ਕਰਕੇ ਲੋਕਾਂ ਦੇ ਵਿੱਚ ਪਹਿਲੀ ਵਾਰ ਇਹ ਜਿੱਤਿਆ ਇਸ ਕਰਕੇ ਹੈ ਕਿ ਜਿਹੜਾ ਸਹਿਮ ਤੇ ਡਰ ਸੀ ਸਰਕਾਰ ਦਾ ਉਹ ਚੱਕਤਾ ਇਹਨੇ, ਕਰੋਨਾ ਦਾ ਵੀ ਤੇ ਮੋਦੀ ਸਰਕਾਰ ਦਾ ਵੀ, ਹੈ ਨਾ। ਇਹ ਨਹੀਂ ਤਾਂ ਬਾਕੀ ਸੂਬਿਆਂ ਦੇ ਲੋਕਾਂ ਤੇ ਇੰਨੇ ਜੂਏ ਪੀਏ ਪਾ ਕੇ ਤੇ ਇੰਨੇ NIA ਦੇ ਤਹਿਤ ਪਰਚੇ ਦਰਜ ਨੇ, ਸਾਰੇ ਇੰਟੈਲੈਕਚੁਅਲ ਬੰਦੇ ਬੰਦ ਨੇ ਅੰਦਰ ਉਹਨਾਂ ਦੇ ਵਿੱਚ। ਇਹ ਅੰਦੋਲਨ ਇਸ ਰੂਪ ਦੇ ਵਿੱਚ ਜਿੱਤਿਆ ਹੋਇਆ। ਇਸੇ ਕਰਕੇ ਅੰਦੋਲਨ ਖੜਾ ਹੋਇਆ ਕਿਉਂਕਿ ਇਹ ਅਖਲਾਕ ਦਾ ਅੰਦੋਲਨ ਨੰਬਰ 1, ਇਹ ਸ਼ਾਂਤਮਈ ਸੀ, ਇਹ ਸਾਡੇ ਵਿਰਸੇ ਨਾਲ ਜੋੜਦਾ ਸੀ। ਜੈਤੋ ਦੇ ਮੋਰਚੇ ਤੋਂ ਲੈ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੱਕ ਦੀ ਉਹ ਵਿਰਸੇ ਨਾਲ ਮੁੜ ਕੇ ਜੁੜਿਆ ਸੀ। ਨੰਬਰ 2, ਇੱਥੇ ਹਰ ਭਾਈਚਾਰਾ ਇਕੱਠੇ ਰੂਪ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਸੀ। ਜੇ ਤੁਹਾਨੂੰ ਇਤਰਾਜ਼ ਹਰਿਆਣੇ ਵਾਲੇ ਦਾ ਹੁੱਕੇ ਦਾ ਉੱਥੇ ਕੋਈ ਨਹੀਂ ਹੈ ਤੇ ਨਾਲ ਹੁੱਕਾ ਹੈ ਤੇ ਨਾਲ ਹੀ ਤੁਹਾਡੀ ਅਗਲੀ ਟਰਾਲੀ ਤੇ ਕੇਸਰੀ ਝੰਡਾ ਤੇ ਉਦੋਂ ਤੇ ਲਾਲ ਝੰਡਾ ਹੈ, ਤਾਂ ਫਿਰ ਬਾਕੀ ਇਤਰਾਜ਼ ਕਿਉਂ ਨੇ? ਇਹੀ ਇਸ ਅੰਦੋਲਨ ਦੀ ਖਾਸੀਅਤ ਸੀ ਕਿਉਂਕਿ ਉਹਦੇ 'ਚ ਏਕਤਾ ਦਿਖਾਈ ਦਿੰਦੀ ਹੈ ਉਸ ਪੱਧਰ ਦੇ ਉੱਤੇ। ਤੀਜੀ ਗੱਲ ਇਹਦੇ 'ਚ ਇਖਲਾਕ ਦਿਖਾਈ ਦਿੰਦਾ ਸੀ। ਉੱਥੇ ਜਿਹੜੇ ਬੈਠੇ ਨੌਜਵਾਨ ਬੰਦੇ ਨੇ ਸਾਰੇ, ਉਹ ਨੌਜਵਾਨ ਬੰਦੇ ਕਿਸੇ ਮਾਵਾਂ ਧੀਆਂ ਕੁੜੀਆਂ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਹੋਰ ਐਸੀ ਸਮਾਜਿਕ ਐਕਟੀਵਿਟੀ ਦੇ ਵਿੱਚ ਜਿਹੜੀ ਸਾਡੀ ਬੇਇੱਜ਼ਤੀ ਕਰ ਸਕਦੀ ਹੋਵੇ ਉਹਦੇ ਪੱਖ 'ਚ ਕੋਈ ਨਹੀਂ ਗਿਆ। ਇੰਨੇ ਲੰਮੇ ਸਮੇਂ ਦੇ ਬਾਵਜੂਦ ਉਹ ਨਹੀਂ ਹੋਇਆ। ਤੇ ਇੱਕ ਗੱਲ ਹੋਰ ਇਹਦੇ 'ਚ ਸੀ ਕਿ ਉਹਨਾਂ 'ਚ ਗੁੱਸਾ ਦਿਖਾਈ ਉਸ ਰੂਪ ਦੇ ਵਿੱਚ ਨਹੀਂ ਦਿੰਦਾ, ਨਫ਼ਰਤ ਨਹੀਂ ਦਿਖਾਈ ਦਿੰਦੀ, ਡਿਟਰਮੀਨੇਸ਼ਨ ਦਿਖਾਈ ਦਿੰਦੀ ਹੈ, ਪ੍ਰਤੀਬੱਧਤਾ। ਜਿਹਨੂੰ ਵੀ ਜਾ ਕੇ ਕੋਈ ਕਹਿੰਦਾ, ਚਾਹੇ ਮਾਈ ਨੂੰ, ਚਾਹੇ ਬਜ਼ੁਰਗ ਨੂੰ, ਚਾਹੇ ਨੌਜਵਾਨ ਨੂੰ, ਉਹ ਕਹਿੰਦੇ ਕੋਈ ਗੱਲ ਨਹੀਂ, ਆਰ ਪਾਰ ਦੀ ਲੜਾਈ ਆ, ਹੁਣ ਜਿੱਤ ਕੇ ਜਾਣਾ। ਇਹ ਪ੍ਰਾਪਤੀਆਂ ਨੇ ਮੋਰਚੇ ਦੀਆਂ। ਐਡੀਆਂ ਵੱਡੀਆਂ ਪ੍ਰਾਪਤੀਆਂ ਤੋਂ ਬਾਅਦ ਜੇਕਰ ਮੋਰਚਾ ਹਾਰਦਾ ਤਾਂ ਸਾਡੀ ਨਲਾਇਕੀ ਕਰਕੇ ਹਾਰੇਗਾ, ਤਾਂ ਉਹ ਸਾਡੀਆਂ ਫੁੱਟਾਂ ਕਰਕੇ ਹਾਰੇਗਾ, ਸਾਡੀਆਂ ਆਪਸੀ ਬਹੁਤ ਛੋਟੇਪਣ ਕਰਕੇ ਹਾਰੇਗਾ। ਇਹਦੇ ਤੋਂ ਉੱਪਰ ਉੱਠਣ ਦੀ ਲੋੜ ਹੈ। ਔਰ ਜੇ ਉਹ ਹਾਰ ਜਾਂਦਾ ਹੈ, ਔਰ ਜੇ ਉਹੀ ਕਾਨੂੰਨ ਲਾਗੂ ਹੋ ਜਾਂਦੇ ਨੇ, ਖੇਤੀ 'ਚ ਸੁਈਸਾਈਡ ਇੰਨਾ ਵੱਡੇ ਰੇਟ ਤੇ ਵਧਣਾ ਹੈ ਪੰਜਾਬ ਦੇ ਵਿੱਚ। ਔਰ ਇੱਕ ਚੰਗੀ ਗੱਲ ਇਹ ਹੈ ਕਿ ਜਦੋਂ ਦਾ ਇਹ ਮੋਰਚਾ ਦਿੱਲੀ ਗਿਆ, ਹਰ ਮਹੀਨੇ ਸੁਈਸਾਈਡ ਦਾ ਰੇਟ 1/3 ਰਹਿ ਗਿਆ, ਕਿਉਂਕਿ ਇਹ ਲੋਕਾਂ ਨੂੰ ਉਮੀਦ ਦਿੱਤੀ ਹੈ ਇਸ ਗੱਲ ਦੇ ਅੰਦੋਲਨ ਨੇ ਕਿ ਸ਼ਾਇਦ ਹੁਣ ਕੁਝ ਹੋਏਗਾ, ਨਵਾਂ ਹੋਊਗਾ। ਉਹ ਉਮੀਦ ਲੋਕਾਂ ਦੀ ਜੇ ਦੁਬਾਰਾ ਤੋੜ ਦਿੰਦੇ ਹੋ ਤਾਂ ਪੰਜਾਬ ਦਾ ਮੁੜ ਕੇ ਖੜਾ ਹੋਣਾ, ਪੰਜਾਬੀ ਦਾ ਸਵੈਮਾਨ, ਉਹਦੇ 'ਚ ਸਿੱਖ ਕਿਉਂਕਿ ਬਹੁ ਗਿਣਤੀ ਦੇ ਵਿੱਚ ਨੇ, ਉਹਨਾਂ ਦਾ ਸਵੈਮਾਨ, ਉਹ ਸਾਰਾ ਸਵੈਮਾਨ ਜਿਹੜਾ ਉਹ ਮਿੱਟੀ 'ਚ ਮਿਲ ਜੂਗਾ। ਮੈਨੂੰ ਲੱਗਦਾ ਇਹ ਐਡਾ ਵੱਡਾ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ ਐਡੇ ਵੱਡੇ ਅੰਦੋਲਨ ਦੇ ਨਾਲ। ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਹਮੀਦ ਸਿੰਘ, ਸੀਨੀਅਰ ਪੱਤਰਕਾਰ ਨੇ। ਸਵਾਲ ਇੱਕ ਹੀ ਗੂੰਜਦਾ ਪਿਆ ਸੀ ਕਾਫੀ ਲੰਮੇ ਸਮੇਂ, ਸਿੱਖ ਵਰਸਸ ਕਾਮਰੇਡ। ਸੋਸ਼ਲ ਮੀਡੀਆ ਚੀਜ਼ਾਂ ਚੱਲ ਪਈਆਂ ਸੀ ਵੀ ਸਿੱਖ ਕਿਉਂ ਕਰਦੇ ਨੇ, ਕਾਮਰੇਡ ਇਹ ਕਿਉਂ ਕਰਦੇ ਨੇ। ਪਰ ਵਿਚਾਰ ਚਰਚਾ ਅਲੱਗ-ਅਲੱਗ ਹੋ ਸਕਦੀ ਹੈ, ਵਿਚਾਰ ਸਭ ਦੀ ਅਲੱਗ-ਅਲੱਗ ਹੋ ਸਕਦੀ ਹੈ, ਉਸ ਨੂੰ ਬੈਠ ਕੇ ਮਸਲੇ ਵੀ ਹੱਲ ਕੀਤੇ ਜਾ ਸਕਦੇ ਨੇ। ਜਿਵੇਂ ਹਮੀਦ ਸਿੰਘ ਜੀ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਮਸਲਾ ਆ ਰਿਹਾ, ਸੰਨ 97 ਤੋਂ ਬਾਅਦ ਜਾ ਕੇ ਸ਼੍ਰੋਮਣੀ ਅਕਾਲੀ ਦਲ ਕਹਿ ਲਈਏ, SGPC ਕਹਿ ਲਈਏ, ਪੰਥਕ ਮੁੱਦਿਆਂ 'ਤੇ ਜਾ ਕੇ ਕੋਈ ਵੀ ਸਾਰੀਆਂ ਧਿਰਾਂ ਨੇ ਸਾਂਝੀ ਇੱਕ ਮੀਟਿੰਗ ਨਹੀਂ ਕੀਤੀ, ਇੱਕ ਸਾਂਝਾ ਜਿਹੜਾ ਉਹ ਵਕਤ ਕਾਇਮ ਨਹੀਂ ਕੀਤਾ ਕਿ ਉਸ 'ਤੇ ਬੋਲਿਆ ਜਾਵੇ। ਇੱਕ ਗੈਪ ਰਹਿ ਗਿਆ। ਦੂਸਰੇ ਪਾਸੇ ਜੋ ਨੌਜਵਾਨ ਹੈ ਜਿਨ੍ਹਾਂ ਨੇ ਲੀਡਰ ਬਣਨੇ ਸੀ ਉਹ ਵੀ ਇੱਥੋਂ ਬਾਹਰ ਜਾ ਰਿਹਾ ਹੈ। ਸਾਨੂੰ ਸਮਝਣ ਦੀ ਲੋੜ ਹੈ ਜੇ ਅਸੀਂ ਸਿੱਖ ਵਰਸਸ ਕਾਮਰੇਡ ਕਰਦੇ ਰਹਾਂਗੇ, ਜੇ ਮੋਰਚਾ ਹਾਰ ਜਾਂਦੇ ਹਾਂ, ਪੰਜਾਬ ਨੂੰ ਨੁਕਸਾਨ ਹੋਣਾ, ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਣਾ, ਪੰਜਾਬ ਦੇ ਹਰ ਇੱਕ ਜਾ ਕੇ ਇਸ ਚੀਜ਼ ਦਾ ਨੁਕਸਾਨ ਹੋਣਾ। ਇਸ ਸਮੇਂ ਏਕਤਾ ਦਾ ਕੰਮ ਕਰੋ, ਏਕਤਾ ਵਿੱਚ ਰਹੋ। ਕਿਸੇ ਨੂੰ ਵੀ ਜਥੇਬੰਦੀ ਨੂੰ ਕਾਮਰੇਡ ਜਾਂ ਸਿੱਖ ਬਣਾਓਗੇ ਉਹ ਸਾਡਾ ਹੀ ਘਾਟਾ ਹੈ। ਇਹੀ ਤਾਂ ਸਰਕਾਰਾਂ ਚਾਹੁੰਦੀਆਂ ਨੇ। ਅਸੀਂ 3 ਬਿੱਲ ਤੋਂ ਆਪਦਾ ਮਤਲਬ ਹਟਾ ਕੇ ਅਸੀਂ ਤੁਰ ਪਿਆ ਕਿ ਉਹ ਸਿੱਖ ਉਹ ਕਾਮਰੇਡ ਹੈ। ਇਸ ਵਿੱਚ ਸਰਕਾਰਾਂ ਵੀ ਸਕਸੈਸਫੁਲ ਹੋ ਰਹੀਆਂ ਨੇ। ਸਾਨੂੰ ਸਮਝਣ ਦੀ ਲੋੜ ਹੈ। ਵਿਚਾਰ ਅਲੱਗ-ਅਲੱਗ ਨੇ, ਚਰਚਾ ਹੋਣੀ ਚਾਹੀਦੀ ਹੈ, ਸੰਵਾਦ ਵੀ ਹੋਣਾ ਚਾਹੀਦਾ। ਪਰ ਪੰਜਾਬ 'ਚ ਆ ਕੇ ਉੱਥੇ ਫਿਲਹਾਲ 32 ਜਥੇਬੰਦੀਆਂ ਦੇ ਕਹਿਣ 'ਚ ਚੱਲੋ। ਜੇ ਲੱਗਦਾ ਕਿਤੇ ਸਮੱਸਿਆ ਆ ਰਹੀ ਹੈ, ਅੰਦਰ ਬੈਠ ਕੇ ਗੱਲ ਕੀਤੀ ਜਾ ਰਹੀ ਹੈ, ਬਾਹਰ ਉਜਾਗਰ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਪੰਜਾਬ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ। ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਸਾਰੀ ਜਾਣਕਾਰੀ ਪਹੁੰਚ ਸਕੇ।